ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 175 ਅੰਕ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ। ਥੱਲੇ ਥੱਲੇ ਪੰਜਵੀਂ ਪਾਤਸ਼ਾਹੀ ਦੇ ਸ਼ਬਦ ਸ਼ੁਰੂ ਹੋ ਰਹੇ ਆ ਗੌੜੀ ਰਾਗ ਦੇ ਵਿੱਚ। ਕਿਸੇ ਦਾ ਮਾਈਕ ਖੁੱਲ੍ਹਾ ਹੈ ਜੀ ਪਲੀਜ਼। ਮਹੱਲਾ ਪੰਜਵਾਂ, ਰਾਗ ਗੌੜੀ ਗੁਆਰੇਰੀ ਚੌਪਦੇ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਿਨ ਬਿਧ ਕੁਸ਼ਲ ਹੋਤ ਮੇਰੇ ਭਾਈ, ਕਿਉਂ ਪਾਈਏ ਹਰ ਰਾਮ ਸਹਾਈ ਰਹਾਓ। ਬਿਲਕੁਲ ਟੂ ਦੀ ਪੁਆਇੰਟ ਗੱਲ ਹੈ। ਜਿਹੜਾ ਭਖ ਦਾ ਜਿਹੜਾ ਹੈਗਾ ਪੂਰੇ ਮਨੁੱਖੀ ਜੀਵਨ, ਜਿਹੜੀ ਮਨੁੱਖੀ ਜੀਵਨ ਦਾ ਜਿਹੜਾ ਹੈਗਾ ਮਨੋਰਥ ਹੈਗਾ, ਜਿਹੜਾ ਸਵਾਲ ਹੈਗਾ, ਮਹਾਰਾਜ ਨੇ ਬਿਲਕੁਲ ਉਹ ਸਵਾਲ ਲਿਆ ਹੈ ਵੀ ਮੈਂ ਕਿਸ ਤਰ੍ਹਾਂ ਮੇਰਾ ਜੀਵਨ ਕਿਸ ਤਰ੍ਹਾਂ ਖੁਸ਼ਹਾਲ ਹੋ ਸਕਦਾ ਹੈ, ਔਰ ਮੈਂ ਮਾਲਕ ਪਰਮਾਤਮਾ ਮੈਨੂੰ ਉਹ ਮੇਰਾ ਸਹਾਈ ਜਿਹੜਾ ਹੈਗਾ, ਮੇਰੇ ਅੰਗ ਸੰਗ ਹੈਗਾ, ਮੇਰੇ ਅੰਦਰ ਹੈਗਾ, ਉਹਨੂੰ ਮੈਂ ਕਿਸ ਤਰ੍ਹਾਂ ਮਿਲ ਸਕਦਾ ਹਾਂ, ਕਿਉਂ ਪਾ ਸਕਦਾ ਹਾਂ। ਰਹਾਓ, ਮੈਂ ਉਹਦਾ ਸਾਥ ਕਿਵੇਂ ਮਾਣ ਸਕਦਾ ਹਾਂ। ਕਿਨ ਬਿਧ ਕੁਸ਼ਲ ਹੋਤ ਮੇਰੇ ਭਾਈ, ਕਿਉਂ ਪਾਈਏ ਹਰ ਰਾਮ ਸਹਾਈ ਰਹਾਓ। ਉਹੀ ਤੋੜ ਨਿਭਣ ਵਾਲਾ ਉਹ ਮਾਲਕ ਪਰਮਾਤਮਾ ਹੈਗਾ। ਕਹਿੰਦੇ ਕਿਉਂ ਪਾਇਆ ਜਾਏ, ਕਿਸ ਤਰ੍ਹਾਂ ਮਿਲੂਗਾ ਉਹ ਮਾਲਕ ਪਰਮਾਤਮਾ। ਰਹਾਓ, ਬਾਕੀ ਸਾਰਾ ਕੁਛ ਕਹਿੰਦੇ ਜੋ ਕੁਛ ਵੀ ਮੇਰੇ ਕੋਲ ਹੈਗਾ ਮੈਂ ਸਾਰਾ ਕੁਛ ਕਰਕੇ ਦੇਖ ਚੁੱਕਾ ਹਾਂ। ਕੁਸ਼ਲ ਨਾ ਗ੍ਰਹਿ ਮੇਰੀ ਸਭ ਮਾਇਆ। ਇਹ ਕਾਰਗ੍ਰਸਤੀ, ਇਹ ਮਾਇਆ ਸਾਰੀ, ਇਹਨੂੰ ਮੇਰੀ ਕਰਕੇ ਇਹਦੇ ਤੇ ਪਕੜ ਕਰਨ ਦੇ ਨਾਲ ਕਹਿੰਦੇ ਇਹਦੇ ਨਾਲ ਤਾਂ ਮੇਰਾ ਕੁਸ਼ਲ ਨਹੀਂ, ਮੈਨੂੰ ਖੁਸ਼ਹਾਲੀ ਨਹੀਂ ਹੋ ਰਿਹਾ, ਮੇਰਾ ਜੀਵਨ ਖੁਸ਼ਹਾਲ ਨਹੀਂ ਹੋ ਰਿਹਾ। ਇਹਦੇ ਨਾਲ ਇਹ ਸਵਾਦਾਂ ਦੇ ਨਾਲ ਮੇਰਾ ਜੀਵਨ ਖੁਸ਼ਹਾਲ ਨਹੀਂ ਹੋ ਰਿਹਾ। ਕੁਸ਼ਲ ਨਾ ਗ੍ਰਹਿ ਮੇਰੀ ਸਭ ਮਾਇਆ। ਇਹ ਘਰ ਮਾਇਆ ਸਾਰੀ, ਉੱਚੇ ਮੰਦਰ ਸੁੰਦਰ ਛਾਇਆ। ਕਹਿੰਦੇ ਇੰਨੇ ਉੱਚੇ ਜਿਹੜੇ ਹੈਗੇ ਘਰ ਹੈਗੇ, ਔਰ ਉਹਨਾਂ ਦੇ ਵਿੱਚ ਰਹਿ ਕੇ ਛਾਇਆ, ਮਤਲਬ ਉਹਨਾਂ ਦੀ ਛਤਰ ਛਾਇਆ ਹੇਠ ਉਹਨਾਂ ਦੇ ਅੰਦਰ ਰਹਿਣ ਦੇ ਨਾਲ ਕਹਿੰਦੇ ਕੁਸ਼ਲ ਨਹੀਂ ਹੁੰਦੀ, ਖੁਸ਼ਹਾਲੀ ਨਹੀਂ ਆ ਰਹੀ ਜੀਵਨ ਦੇ ਵਿੱਚ। ਮਨੋਰਥ ਜੀਵਨ ਦਾ ਮਕਸਦ ਜਿਹੜਾ ਹੈਗਾ ਪੂਰਾ ਨਹੀਂ ਹੋ ਰਿਹਾ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਨਹੀਂ ਪ੍ਰਗਟ ਹੋ ਰਿਹਾ, ਮਾਲਕ ਦਾ ਸਾਥ ਨਹੀਂ ਮਿਲ ਰਿਹਾ। ਉੱਚੇ ਮੰਦਰ ਸੁੰਦਰ ਛਾਇਆ, ਝੂਠੇ ਲਾਲਚ ਜਨਮ ਗਵਾਇਆ। ਪਹਿਲਾ ਕੁਐਸਚਨ ਜਿਹੜਾ ਹੈ, ਪਹਿਲਾ ਹੀ ਕੁਐਸਚਨ ਹੈ ਮਹਾਰਾਜ ਨੇ ਲਿਆ ਹੈ ਬਈ ਕਿਨ ਬਿਧ ਕੁਸ਼ਲ ਹੋਤ ਮੇਰੇ ਭਾਈ, ਕਿਉਂ ਪਾਈਏ ਹਰ ਰਾਮ ਸਹਾਈ। ਪੰਜਵੀਂ ਪਾਤਸ਼ਾਹੀ ਬਈ ਕਿਸ ਤਰ੍ਹਾਂ ਮੇਰਾ ਜੀਵਨ ਕਿਸ ਤਰ੍ਹਾਂ ਖੁਸ਼ਹਾਲ ਹੋਏ। ਮੈਂ ਛਾਤੀ ਮਾਰਦਾ ਹਾਂ ਆਪਣੇ ਜੀਵਨ ਦੇ ਵਿੱਚ, ਮੈਨੂੰ ਖੁਸ਼ਹਾਲੀ ਤਾਂ ਆ ਨਹੀਂ ਰਹੀ, ਔਰ ਨਾ ਹੀ ਉਹ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਮੇਰਾ ਸਹਾਈ ਜਿਹੜਾ ਹੈਗਾ ਉਹ ਅੰਦਰ ਮੇਰੇ ਪ੍ਰਗਟ ਹੋ ਰਿਹਾ ਹੈ। ਮੈਂ ਉਹਦੀ ਨੇੜਤਾ, ਉਹ ਮਾਲਕ ਜਿਹੜਾ ਹੈਗਾ ਉਹਦਾ ਸਾਥ ਤਾਂ ਮਾਣ ਨਹੀਂ ਪਾ ਰਿਹਾ। ਕੁਸ਼ਲ ਨਾ ਗ੍ਰਹਿ ਮੇਰੀ ਸਭ ਮਾਇਆ, ਉੱਚੇ ਮੰਦਰ ਸੁੰਦਰ ਛਾਇਆ, ਝੂਠੇ ਲਾਲਚ ਜਨਮ ਗਵਾਇਆ। ਇਹਦੇ ਨਾਲ ਤਾਂ ਮੇਰਾ ਜਿਹੜਾ ਹੈਗਾ ਸਵਾਸ, ਮੇਰੀ ਉਮਰ ਜਿਹੜੀ ਹੈਗੀ ਇਹ ਗੁਆਚੀ ਜਾ ਰਹੀ ਹੈ, ਮਨੁੱਖੀ ਜੂਨ ਜਿਹੜੀ ਜਾਈ ਜਾ ਰਹੀ ਹੈ। ਮੈਨੂੰ ਖੁਸ਼ਹਾਲੀ ਤਾਂ ਆ ਨਹੀਂ ਰਹੀ ਮੇਰੇ ਜੀਵਨ ਦੇ ਵਿੱਚ। ਇਹ ਉੱਚੇ ਘਰਾਂ ਦੇ ਨਾਲ, ਉਹਨਾਂ ਦੇ ਵਿੱਚ ਰਹਿਣ ਦੇ ਨਾਲ ਸਾਰੀ ਮਾਇਆ, ਸਾਰਾ ਕੁਛ ਜਿਹੜਾ ਹੈਗਾ ਇਹ ਟੈਰੀਟਰੀ, ਜੋ ਕੁਛ ਵੀ ਮੇਰਾ ਹੈਗਾ ਪ੍ਰਾਪਰਟੀ, ਇਹਦੇ ਨਾਲ ਮੈਨੂੰ ਖੁਸ਼ਹਾਲੀ ਤਾਂ ਆ ਨਹੀਂ ਰਹੀ। ਕੁਸ਼ਲ ਨਾ ਗ੍ਰਹਿ ਮੇਰੀ ਸਭ ਮਾਇਆ, ਉੱਚੇ ਮੰਦਰ ਸੁੰਦਰ ਛਾਇਆ, ਝੂਠੇ ਲਾਲਚ ਜਨਮ ਗਵਾਇਆ। ਇਹਦੇ ਵਿੱਚ ਤਾਂ ਇਹ ਤਾਂ ਝੂਠਾ ਲਾਲਚ ਹੈ, ਇਹਦੀ ਖਿੱਚ ਝੂਠੀ ਹੈਗੀ। ਮੇਰਾ ਤਾਂ ਜਨਮ ਗੁਆਚ ਰਿਹਾ ਹੈ। ਹਸਤੀ ਘੋੜੇ ਦੇਖ ਵਿਗਾਸਾ, ਲਸ਼ਕਰ ਜੋੜੇ ਨੇਬ ਖਵਾਸਾ। ਕਹਿੰਦੇ ਹਾਥੀ ਘੋੜੇ ਰਾਜਾ ਬਣ ਕੇ ਦੇਖ ਲਿਆ, ਫੌਜ ਇਕੱਠੀ ਕਰਕੇ ਦੇਖ ਲਈ, ਲਸ਼ਕਰ ਕਹਿੰਦੇ ਫੌਜ ਨੂੰ ਜੋੜ ਲਈ, ਨੇਬ ਕਹਿੰਦੇ ਆ ਜਿਹੜੇ ਹੈਗੇ ਜਿਹੜੇ
ਵੱਡੇ ਵੱਡੇ ਅਹੁਦੇਦਾਰ, ਖਵਾਸ ਕਹਿੰਦੇ ਆ ਜਿਹੜੇ ਹੈਗੇ ਨੌਕਰ ਪਰਸਨਲ, ਹਸਤੀ ਘੋੜੇ ਦੇਖ ਵਿਗਾਸਾ, ਹਾਥੀ ਘੋੜੇ ਜੋ ਵੀ ਹੈ। ਅੱਜ ਕੱਲ੍ਹ ਕਾਰਾਂ ਹੈਗੀਆਂ, ਜੋ ਵੀ ਸੁਵਿਧਾ ਦੇ ਸੁੱਖ ਦੇ ਸਾਧਨ ਹੈਗੇ ਸਾਰੇ। ਹਸਤੀ ਘੋੜੇ ਦੇਖ ਵਿਗਾਸਾ, ਲਸ਼ਕਰ ਜੋੜੇ ਨੇਵ ਖਵਾਸਾ, ਗਲ ਜੇਵੜੀ ਹਉਮੈ ਕੇ ਫਾਸਾ। ਕਹਿੰਦੇ ਤਾਂ ਮੇਰੇ ਗਲ ਦੇ ਵਿੱਚ ਜਿਹੜੀ ਹੈ ਮਾਇਆ ਦੀ ਜੇਵੜੀ ਪੈ ਰਹੀ ਹੈ, ਮਾਇਆ ਦੀ ਹੱਥਕੜੀ। ਇਹਦੇ ਨਾਲ ਤਾਂ ਮੈਂ ਜਕੜਿਆ ਜਾ ਰਿਹਾ ਹਾਂ ਔਰ ਮੇਰੀ ਹਉਮੈ ਵਧੀ ਜਾ ਰਹੀ ਹੈ। ਮੇਰਾ ਹੰਕਾਰ, ਮੈਂ ਦੂਜਿਆਂ ਨੂੰ ਢਾਹ ਕੇ ਮਾਰ ਰਿਹਾ ਹਾਂ ਆਪਣੀ ਤਾਕਤ ਦੇ ਨਾਲ ਔਰ ਆਪਣੇ ਧਨ ਦੌਲਤ ਦੇ ਨਾਲ। ਹਸਤੀ ਘੋੜੇ ਦੇਖ ਵਿਗਾਸਾ, ਲਸ਼ਕਰ ਜੋੜੇ ਖੇਬਰ ਨੇਵ ਖਵਾਸਾ, ਗਲ ਜੇਵੜੀ ਹਉਮੈ ਕੇ ਫਾਸਾ। ਰਾਜ ਕਹਾਵੇ ਦੈ ਦਿਸ ਸਾਰੀ। ਕਹਿੰਦੇ 10 ਦਿਸ਼ਾਵਾਂ ਦੇ ਵਿੱਚ ਜਿਹੜੀ ਹੈਗੀ ਹੈ ਧਰਤੀ, ਜਿਹੜੀ ਹੈਗੀ ਆ ਉਹ ਇਕੱਠੀ ਕਰ ਲਈ, ਰਾਜਾ ਬਣ ਗਿਆ। ਮਾਣੇ ਰੰਗ ਭੋਗ ਬਹੁ ਨਾਰੀ, ਔਰ ਬਹੁਤ ਇਸਤਰੀਆਂ। ਫਿਰ ਜਿਹੜਾ ਹੈਗਾ ਭੋਗ ਵਿਲਾਸ ਦੇ ਵਿੱਚ ਪੈ ਗਿਆ। ਜਿਉ ਨਰਪਤ ਸੁਪਨੇ ਪੇਖਾਰੀ। ਕਹਿੰਦੇ ਇਹ ਤਾਂ ਐਵੇਂ ਹੋ ਗਿਆ। ਦੇਖ ਲਓ, ਉਹ ਰਾਜਾ ਦੀ ਗੱਲ ਕਰ ਰਹੇ ਆ, ਨਰਪਤ ਦੀ ਗੱਲ ਕਰ ਰਹੇ ਆ। ਕਹਿੰਦੇ ਨਰਪਤ ਨਹੀਂ ਹੈਗਾ ਭਾਈ, ਭਿਖਾਰੀ ਹੈਗਾ, ਸੁਪਨੇ ਦੇ ਵਿੱਚ ਹੈਗਾ। ਇਹਨੂੰ ਨਹੀਂ ਪਤਾ ਇਹ ਜਿਹੜਾ ਰਾਜ ਹੈਗਾ ਇਹਦਾ ਜਿਹੜਾ ਹੈਗਾ ਇਹ ਖਤਮ ਹੋ ਜਾਣਾ ਹੈ, ਇਹ ਸਰੀਰ ਵੀ ਚਲੇ ਜਾਣਾ ਹੈ। ਇਹ ਤਾਂ ਜਿਹੜਾ ਹੈਗਾ ਭਿਖਾਰੀ ਬਣਿਆ ਹੋਇਆ ਹੈ। ਅਸਲੀ ਰਾਜਾ ਕਿਤੇ ਜਿਹੜਾ ਹੈਗਾ ਇਹ ਕਿਤੇ ਮਾਲਕ ਪਰਮਾਤਮਾ ਨੂੰ ਆਪਣੇ ਅੰਦਰ ਪ੍ਰਗਟ ਕਰ ਲੈਂਦਾ, ਕਿਤੇ ਕੁਸ਼ਲ ਜਿਹੜਾ ਹੈਗਾ ਇਹਦੇ ਅਸਲੀ ਖੁਸ਼ੀ ਪ੍ਰਾਪਤ ਕਰ ਲੈਂਦਾ। ਕਹਿੰਦੇ ਇਹਨੂੰ ਛੱਡ ਕੇ ਤਾਂ ਇਹ ਰਾਜਾ ਬਣ ਜਾਣਾ ਸੀਗਾ। ਕੋਟ ਲੱਖ ਸਰਬ ਕੋ ਰਾਜਾ, ਜਿਸ ਹਿਰਦੈ ਨਾਮ ਤੁਮਾਰਾ। ਕਿਤੇ ਆਹ ਰਾਜਾ ਬਣ ਜਾਂਦਾ, ਆਹ ਰਾਜ ਲੈ ਲੈਂਦਾ। ਜਿਹੜਾ ਮਾਲਕ ਪਰਮਾਤਮਾ ਦੀ ਭਗਤੀ ਕਰਦਾ, ਮਾਇਆ ਜਿਹੜੀ ਹੈਗੀ ਮਾਲਕ ਪਰਮਾਤਮਾ ਦੀ ਦਾਸੀ ਹੈਗੀ। ਜਿਹੜਾ ਮਾਲਕ ਦਾ ਬਣ ਗਿਆ, ਮਾਇਆ ਉਹਦੀ ਦਾਸੀ ਬਣ ਜਾਂਦੀ ਹੈ। ਰਾਜ ਕਮਾਵੈ ਦੈ ਦਿਸ ਸਾਰੀ, ਮਾਣੇ ਰੰਗ ਭੋਗ ਬਹੁ ਨਾਰੀ, ਜਿਉ ਨਰਪਤ ਸੁਪਨੇ ਪੇਖਾਰੀ। ਕਹਿੰਦਾ ਅਸਲੀ ਇਹ ਮਨੁੱਖ ਸਰੀਰ ਪਾਇਆ ਇਹਨੇ, ਇਹ ਰਾਜਾ ਹੈਗਾ ਰਾਜਾ। ਜੇ ਕਿਤੇ ਪਰਮੇਸ਼ਰ ਦੇ ਨਾਲ ਭਗਤੀ ਕਰ ਲੈਂਦਾ, ਮਾਲਕ ਪਰਮਾਤਮਾ ਪ੍ਰਗਟ ਹੋ ਜਾਂਦਾ ਇਹਦੇ ਅੰਦਰ ਹਿਰਦੇ 'ਚ, ਮਾਲਕ ਦਾ ਸਾਥ ਮਾਣ ਲੈਂਦਾ ਤੇ ਮਨੁੱਖੀ ਜੂਨ ਜਿਹੜੀ ਹੈਗੀ ਇਹਨੇ ਇਸ ਖੇਡ 'ਚੋਂ ਨਿਕਲ ਜਾਣਾ ਸੀਗਾ ਔਰ ਮਾਲਕ ਪਰਮਾਤਮਾ ਦੇ ਵਾਂਗੂ ਜਿਹੜਾ ਹੈਗਾ ਅਸਲੀ ਰਾਜਾ ਹੋ ਜਾਣਾ ਸੀ ਇਹਨੇ। ਇਹ ਹੁਣ ਭਿਖਾਰੀ ਬਣਿਆ ਹੋਇਆ, ਸੁਪਨੇ ਦੇ ਵਿੱਚ ਹੈਗਾ, ਮਾਇਆ ਦਾ ਸੁਪਨਾ ਲੈ ਕੇ ਸੋਚਦਾ ਮੈਂ ਮਰਨਾ ਹੀ ਨਹੀਂ, ਇਹ ਸਾਰਾ ਕੁਝ ਮੇਰਾ ਸਰੀਰ ਐਵੇਂ ਹੀ ਚੱਲੀ ਜਾਣਾ ਹੈ, ਐਵੇਂ ਹੀ ਮੈਂ ਭੋਗ ਵਿਲਾਸ ਕਰੀ ਜਾਣੇ, ਐਵੇਂ ਹੀ ਮਾਇਆ ਜਿਹੜੀ ਹੈਗੀ ਮੇਰੇ ਨਾਲ ਜਿਹੜੀ ਹੈ, ਮਾਇਆ ਦੇ ਨਾਲ ਮੈਂ ਜਿਹੜਾ ਹੈਗਾ ਅਟਖੇਲੀਆਂ ਕਰੀ ਜਾਊਂਗਾ। ਕਹਿੰਦੇ ਸੁਪਨੇ ਦੇ ਵਿੱਚ ਹੈਗਾ ਭਾਈ, ਭਿਖਾਰੀ ਬਣਿਆ ਹੋਇਆ ਹੈ। ਅਸਲੀ ਰਾਜਾ ਪਰਮਾਤਮਾ ਵਰਗਾ ਹੀ ਹੈਗਾ, ਆਤਮਾ ਇਹਦੀ ਮਰਨ ਵਾਲੀ ਨਹੀਂ ਹੈਗੀ। एक कुशल मोको सतगुरु बताया। आलो आगे गुरु, आगे ब्रह्म ਗਿਆਨੀ। ਕਹਿੰਦੇ ਹੁਣ ਆਪਾਂ ਬ੍ਰਹਮ ਗਿਆਨ ਹੀ ਲੈ ਰਹੇ ਹਾਂ ਔਰ ਆਪਾਂ ਨੂੰ ਪੰਜਵੀਂ ਪਾਤਸ਼ਾਹੀ ਜਿਹੜੀ ਹੈਗੀ ਆ ਗਿਆਨ ਦੇ ਰਿਹਾ, ਕੁਸ਼ਲ ਬਤਾ ਰਿਹਾ ਆਪਾਂ ਨੂੰ। ਇੱਕ ਕੁਸ਼ਲ ਮੋਕੋ ਸਤਿਗੁਰੂ ਬਤਾਇਆ। ਹੁਣ ਦੇਖ ਲਓ ਆਪਣੇ ਸਾਹਮਣੇ ਜਿਹੜੇ ਹੈਗੇ, ਆਪਾਂ ਨੂੰ ਕਿਵੇਂ ਪਤਾ ਲੱਗ ਰਿਹਾ ਵੀ ਕੁਸ਼ਲ ਕਿੱਥੇ ਹੋਣੀ ਆ? ਆਪਣੇ ਸਤਿਗੁਰੂ ਬੋਲ ਰਹੇ ਆ, ਸਤਿਗੁਰੂ ਦੱਸ ਰਹੇ ਕੁਸ਼ਲ ਕਿਵੇਂ ਹੋਣੀ ਆ ਪਿਆਰਿਆ। ਏਕ ਕੁਸ਼ਲ ਮੋਕੋ ਸਤਿਗੁਰੂ ਬਤਾਇਆ, ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਪਾਇਆ। ਦੇਖ ਲਾ, ਜੇ ਕੁਸ਼ਲਤਾ ਚਾਹੁੰਦਾ ਆ, ਜੇ ਭਗਤੀ ਕਰਨਾ ਚਾਹੁੰਦਾ ਆ, ਜੇ ਮਾਲਕ ਪਰਮਾਤਮਾ ਨੂੰ ਆਪਣੇ ਹਿਰਦੇ 'ਚ ਪ੍ਰਗਟ ਕਰਨਾ ਚਾਹੁੰਦਾ ਆ, ਤੇ ਪਿਆਰਿਆ ਜੋ ਕੁਛ ਮਾਲਕ ਕਰ ਰਿਹਾ ਹੈ ਨਾ, ਉਹਦੇ ਵਿੱਚ ਖੁਸ਼ ਰਹਿ। ਉਹਨੂੰ ਮਾਲਕ ਦੇ ਜੋ ਕੁਛ ਵੀ ਹੋ ਰਿਹਾ ਹੈ ਤੇਰੇ ਨਾਲ, ਜਿੱਥੇ ਵੀ ਰੱਖ ਰਿਹਾ, ਜੋ ਵੀ ਦੇ ਰਿਹਾ ਹੈ ਮਾਲਕ ਪਰਮਾਤਮਾ, ਉਹਦੇ ਵਿੱਚ ਖੁਸ਼ ਰਹਿ। ਉਹਨੂੰ ਐਕਸੈਪਟ ਕਰ ਖਿੜੇ ਮੱਥੇ। ਜਿਸ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਆ ਉਸੇ ਦੇ ਵਿੱਚ ਭਗਤੀ ਕਰ। ਏਕ ਕੁਸ਼ਲ ਮੋਕੋ ਸਤਿਗੁਰੂ ਬਤਾਇਆ, ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਪਾਇਆ। ਜਨ ਨਾਨਕ ਹਉਮੈ ਮਾਰ ਸਮਾਇਆ। ਬਸ ਆਪਣੀ ਹਉਮੈ ਨੂੰ ਮਾਰ ਲਾ,
ਆਪਣਾ ਜਿਹੜਾ ਕਰਤਾਪੁਣਾ ਹਟਾ ਦੇ ਔਰ ਮਾਲਕ ਪਰਮਾਤਮਾ ਦੇ ਪਰਣੇ ਹੋ ਜਾ, ਦੀਨ ਹੋ ਜਾ ਉਸ ਮਾਲਕ ਪਰਮਾਤਮਾ ਦੇ ਅੱਗੇ। ਜਨ ਨਾਨਕ ਹਉਮੈ ਮਾਰ ਸਮਾਇਆ, ਇਸ ਤਰੀਕੇ ਦੇ ਨਾਲ ਤੇਰੀ ਸਮਾਈ ਹੋ ਜਾਏਗੀ, ਤੇਰੀ ਕੁਸ਼ਲਤਾ ਹੋ ਜਾਏਗੀ ਔਰ ਉਹ ਮਾਲਕ ਪਰਮਾਤਮਾ ਤੇਰੇ ਅੰਦਰ ਪ੍ਰਗਟ ਹੋ ਜਾਏਗਾ। ਇਨ ਵਿਦ ਕੁਸ਼ਲ ਹੋਤ ਮੇਰੇ ਭਾਈ, ਇਉਂ ਪਾਈਏ ਹਰ ਰਾਮ ਸਹਾਈ। ਰਹਾਉ ਦੂਜਾ, ਆ ਦੇਖ ਲਓ, ਪਹਿਲੇ ਰਹਾਉ 'ਚ ਕੁਐਸਚਨ ਸੀਗਾ ਔਰ ਦੂਸਰੇ ਰਹਾਉ ਦੇ ਵਿੱਚ ਆਨਸਰ ਮਿਲ ਗਿਆ। ਮਹਾਰਾਜ ਨੇ ਰਹਾਉ ਦੂਜਾ ਲਗਾ ਦਿੱਤਾ। ਇਨ ਵਿਦ ਕੁਸ਼ਲ ਹੋਤ ਮੇਰੇ ਭਾਈ, ਆਇਆ ਕੁਸ਼ਲ ਹੋਣ ਦਾ ਤਰੀਕਾ ਮੇਰੇ ਭਰਾਵਾ, ਹੇ ਮੇਰੇ ਮਨਾ, ਇਸ ਤਰੀਕੇ ਦੇ ਨਾਲ ਇਉਂ ਪਾਈਏ ਹਰ ਰਾਮ ਸਹਾਈ। ਉਹ ਰਾਮ ਸਹਾਈ ਤੇਰਾ ਅਸਲੀ ਜਿਹੜਾ ਹੈਗਾ ਤੇਰਾ ਮਿੱਤਰ ਇਸ ਤਰੀਕੇ ਦੇ ਨਾਲ ਮਿਲਦਾ ਹੈ ਭਾਈ। ਕੁਐਸਚਨ ਸੀਗਾ ਕਿਨ ਵਿਦ ਕੁਸ਼ਲ ਹੋਤ ਮੇਰੇ ਭਾਈ, ਕਿਉਂ ਪਾਈਏ ਹਰ ਰਾਮ ਸਹਾਈ। ਰਹਾਓ, ਪਹਿਲਾਂ ਹੀ ਰਹਾਓ ਠੋਕਤਾ ਮਹਾਰਾਜ ਨੇ ਸਭ ਤੋਂ ਪਹਿਲਾਂ ਉੱਪਰ, ਆਖਰੀ ਦੇ ਵਿੱਚ ਉਹਦਾ ਜਵਾਬ ਦੇ ਦਿੱਤਾ। ਇਨ ਵਿਦ ਕੁਸ਼ਲ ਹੋਤ ਮੇਰੇ ਭਾਈ, ਇਉਂ ਪਾਈਏ ਹਰ ਰਾਮ ਸਹਾਈ। ਰਹਾਓ ਦੂਜਾ, ਕਿਨ ਵਿਦ ਐਕਸ਼ਨ ਕੀ ਦਿੱਤੀ ਆ। ਏਕ ਕੁਸ਼ਲ ਮੋਹ ਕੋ ਸਤਿਗੁਰੂ ਬਤਾਇਆ, ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਪਾਇਆ। ਜਨ ਨਾਨਕ ਹਉਮੈ ਮਾਰ ਸਮਾਇਆ। ਪਹਿਲੀ ਬਸ ਸਤਿਗੁਰੂ ਗਿਆਨ ਲੈ, ਸਤਿਗੁਰੂ ਦੇ ਨਾਲ ਲੱਗ, ਸਤਿਗੁਰੂ ਦੀ ਮੱਤ ਲੈ ਔਰ ਜੋ ਮਾਲਕ ਕਰ ਰਿਹਾ ਆ, ਜੋ ਕੁਛ ਵੀ ਕਰ ਰਿਹਾ ਹੈ ਉਹਨੂੰ ਐਕਸੈਪਟ ਕਰ ਔਰ ਆਪਣੀ ਮੈਂ ਮੇਰੀ ਕਰਤਾਪੁਣਾ, ਆਪਣੀ ਜਿਹੜੀ ਹਉਮੈ ਜਿਹੜੀ ਹੈਗੀ ਆ ਉਹਨੂੰ ਮਾਰ। ਆਇਆ ਭਾਈ ਕੁਸ਼ਲ ਹੋਣ ਦਾ ਤਰੀਕਾ। ਗੌੜੀ ਗੁਆਰੇ ਦੀ ਮਹਲਾ ਪੰਜਵਾਂ। ਕਿਉਂ ਭਰਮੀਐ, ਭਰਮ ਕਿਸਕਾ ਹੋਈ। ਕਹਿੰਦੇ ਭਾਈ ਤੇਰੀ ਕੁਸ਼ਲਤਾ ਕਿਉਂ ਨਹੀਂ ਹੋ ਰਹੀ, ਕਿਉਂਕਿ ਤੂੰ ਭਟਕ ਰਿਹਾ ਆ, ਤੂੰ ਮਾਇਆ ਦੇ ਵਿੱਚ ਭਟਕ ਰਿਹਾ। ਤੈਨੂੰ ਸੰਸਾਰ, ਆਕਾਰ ਤੇ ਜਿਹੜੇ ਸਾਰੇ ਤੇਰੇ ਰਿਸ਼ਤੇਦਾਰ, ਤੇਰਾ ਆਪਣਾ ਸਰੀਰ ਤੈਨੂੰ ਜਿਹੜਾ ਹੈਗਾ ਅਲੱਗ-ਅਲੱਗ ਲੱਗ ਰਿਹਾ ਆ। ਇਹ ਮਾਇਆ ਆ, ਮਾਲਕ ਪਰਮਾਤਮਾ ਨੇ ਛਲ ਦੇ ਨਾਲ, ਪੰਜਾਂ ਤੱਤਾਂ ਦੇ ਨਾਲ ਸਾਰੀ ਰਚਨਾ ਕੀਤੀ ਹੋਈ ਆ। ਇਹ ਤੈਨੂੰ ਭਿੰਨ-ਭਿੰਨ ਲੱਗ ਰਹੀ ਆ ਸਾਰੀ ਦੀ ਸਾਰੀ। ਇਹੀ ਭਰਮ ਹੈਗਾ ਭਾਈ। ਕਿਉਂ ਭਰਮੀ ਹੈ, ਭਰਮ ਕਿਸਕਾ ਹੋਈ। ਕਹਿੰਦੇ ਕਿਉਂ ਭਰਮ ਦੇ ਲੋਕੀ, ਕਿਉਂ ਭਰਮ ਕਿਹਦਾ ਹੈਗਾ, ਕਿਹਨੇ ਪੈਦਾ ਕੀਤਾ ਇਹ ਸਾਰਾ। ਜਾਂ ਜਲ ਥਲ ਮਹੀਲ ਰਵਿਆ ਸੋਈ। ਕਹਿੰਦੇ ਜਲ ਥਲ ਆਕਾਸ਼, ਧਰਤ ਪਤਾਲ ਆਕਾਸ਼ ਦੇ ਵਿੱਚ ਉਹ ਮਾਲਕ ਪਰਮਾਤਮਾ ਰਵਿਆ ਹੋਇਆ ਹੈ। ਉਹ ਮਾਲਕ ਪਰਮਾਤਮਾ ਰਵਿਆ ਹੋਇਆ ਸਾਰਾ ਜੋ ਕੁਛ ਵੀ ਆਪਾਂ ਨੂੰ ਆਕਾਰ ਦਿਸ ਰਿਹਾ ਹੈਗਾ, ਇਹ ਤ੍ਰਿਗੁਣੀ ਮਾਇਆ ਉਸ ਮਾਲਕ ਪਰਮਾਤਮਾ ਦੀ ਰਚਨਾ ਹੈਗੀ ਆ। ਕਿਉਂ ਭਰਮੀਐ, ਭਰਮ ਕਿਸਕਾ ਹੋਈ। ਜਾਂ ਜਲ ਥਲ ਮਹੀਲ ਰਵਿਆ ਸੋਈ, ਗੁਰਮੁਖੇ ਉਭਰੇ ਮਨਮੁਖ ਪਤ ਖੋਈ। ਕਹਿੰਦੇ ਭਾਈ ਪ੍ਰੋਬਲਮ ਇਹ ਹੈਗੀ ਆ, ਇਨਸਾਨ ਜਿਹੜਾ ਹੈਗਾ ਆਪਣੇ ਮਨ ਦੇ ਹਿਸਾਬ ਦੇ ਨਾਲ ਚੱਲਦਾ ਹੈ। ਮਨ ਜਿਹੜਾ ਹੈਗਾ ਪੰਜਾਂ ਤੱਤਾਂ ਦੀ ਮਨ ਦੇ ਉੱਤੇ ਪੂਰੀ ਦੀ ਪੂਰੀ ਕਾਰਨ ਸ਼ੀਸ਼ ਚੜਿਆ ਹੋਇਆ ਮਨ ਦੇ ਵਿੱਚ, ਮਨ ਦੇ ਉੱਤੇ ਮਾਇਆ ਦੀ ਖਿੱਚ ਹੈ ਮਨ ਨੂੰ। ਮਾਇਆ ਦੀ ਖਿੱਚ ਦੇ ਅਧੀਨ ਹੈਗਾ ਮਨ, ਪ੍ਰਕਿਰਤੀ ਦੇ ਅਧੀਨ ਹੈਗਾ ਮਨ। ਇਸ ਕਰਕੇ ਜਿਹੜਾ ਹੈਗਾ ਇਹ ਪੱਤ ਜਿਹੜੀ ਜਾ ਰਹੀ ਹੈ ਇਹਦੀ, ਗੁਰੂ ਦੇ ਅਨੁਸਾਰ ਚੱਲਦਾ ਨਹੀਂ, ਗੁਰੂ ਦੀ ਗੱਲ ਮੰਨਦਾ ਨਹੀਂ ਹੈ। ਕਹਿੰਦੇ ਉੱਭਰ ਸਕਦਾ ਹੈ ਜੇ ਗੁਰੂ ਦੀ ਗੱਲ ਮੰਨਣੀ ਸ਼ੁਰੂ ਕਰ ਦੇਂ, ਜੇ ਡਰਾਈਵਿੰਗ ਸੀਟ 'ਤੇ ਗੁਰੂ ਨੂੰ ਬਿਠਾਏ, ਗੁਰੂ ਦੀ ਮੱਤ ਦੇ ਦੁਆਰਾ ਵਿਵੇਕ ਬੁੱਧੀ ਲਏ, ਉਹਦੇ ਨਾਲ ਜਿਹੜੀ ਯਾਤਰਾ ਕਰੇ ਜੀਵਨ ਦੀ, ਤਾਂ ਉੱਭਰ ਸਕਦੇ ਆ। ਗੁਰਮੁਖੇ ਉੱਭਰੇ ਮਨਮੁਖ ਪਤ ਖੋਈ। ਮਨ ਦੇ ਪਿੱਛੇ ਰਹੇਗਾ ਤੇ ਪੱਤ ਚਲੇ ਜਾਏਗੀ। ਬਥੇਰੇ ਹੈਗੇ ਆ ਜਿਹੜੇ ਆਪਣੀ ਪੱਤ ਗਵਾ ਰਹੇ ਆ। ਜਿਸ ਰਾਖੇ ਆਪ ਰਾਮ ਦਿਆਰਾ, ਤਿਸ ਨਹੀਂ ਦੂਜਾ ਕੋ ਪਹੁੰਚਨਹਾਰਾ। ਰਹਾਓ, ਜਿਸ ਨੂੰ ਮਾਲਕ ਪਰਮਾਤਮਾ ਇਸ ਤਰ੍ਹਾਂ ਗੁਰੂ ਦੀ ਮੱਤ ਦੇ ਕੇ ਜਿਹੜਾ ਹੈਗਾ ਰੱਖਦਾ ਹੈ, ਉਹ ਦਿਆਲੂ, ਉਹ ਮਾਲਕ ਪਰਮਾਤਮਾ। ਜਿਸ ਨੂੰ ਮਤਲਬ ਕਿਉਂ, ਜਿਸ ਨੂੰ ਦਾ ਮਤਲਬ ਹੈਗਾ ਭਾਈ ਜਿਹੜਾ ਚਾਹੁੰਦਾ ਆ ਮਾਲਕ ਪਰਮਾਤਮਾ ਦਾ ਸਾਥ, ਜਿਹੜਾ ਗੁਰੂ ਦੀ ਗੱਲ ਮੰਨਦਾ ਆ, ਉਸੇ ਨੂੰ ਰੱਖੂਗਾ। ਜਿਸ ਰਾਖੇ ਆਪ ਰਾਮ ਦਿਆਰਾ, ਤਿਸ ਨਹੀਂ ਦੂਜਾ ਕੋ ਪਹੁੰਚਨਹਾਰਾ। ਕਹਿੰਦੇ ਉਹਦੇ ਮੁਕਾਬਲੇ ਤੇ ਪਾਏ ਉਹ ਜਿਹੜਾ ਹੈਗਾ ਉੱਭਰ ਗਿਆ ਸੰਸਾਰ ਸਮੁੰਦਰ ਤੋਂ, ਕੋਈ ਦੂਸਰਾ ਨਹੀਂ ਉਹਦੇ ਮੁਕਾਬਲੇ ਤੇ ਜਾ ਸਕਦਾ। ਤਿਸ ਨਹੀਂ ਦੂਜਾ ਕੋ ਪਹੁੰਚਨਹਾਰਾ। ਰਹਾਓ, ਉਹ ਤਾਂ ਤ੍ਰਿਗੁਣੀ ਮਾਇਆ ਤੋਂ ਉੱਪਰ ਹੋ ਜਾਂਦਾ ਹੈ।
ਸਭ ਮੈਂ ਵਰਤੇ ਏਕ ਅਨੰਤਾ, ਤਾਂ ਤੂੰ ਸੁਖ ਸੋ ਹੋਏ ਅਚਿੰਤਾ। ਜਦ ਸਾਰਿਆਂ ਦੇ ਵਿੱਚ ਉਹ ਮਾਲਕ ਪਰਮਾਤਮਾ ਵਰਤ ਰਿਹਾ ਆ, ਸਾਰੇ ਆਪਣੇ ਆਪਣੇ ਹਿਸਾਬ ਦੇ ਨਾਲ, ਜੋ ਮਾਲਕ ਨੇ ਸੁਰਤ ਮਤ ਮਨ ਬੁੱਧ ਜੋ ਉਹਨਾਂ ਦੇ ਅੰਦਰ ਭਰਿਆ ਹੋਇਆ ਆ, ਉਸੇ ਹਿਸਾਬ ਦੇ ਨਾਲ ਉਹਨਾਂ ਨੇ ਗਤੀ ਕਰਨੀ ਹੈ, ਉਸੇ ਹਿਸਾਬ ਦੇ ਨਾਲ ਉਹਨਾਂ ਨੇ ਸੋਚਣਾ ਹੈ, ਉਸੇ ਹਿਸਾਬ ਦੇ ਨਾਲ ਉਹਨਾਂ ਦੀਆਂ ਇੱਛਾਵਾਂ ਹੈਗੀਆਂ। ਸਭ ਮੈਂ ਵਰਤੇ ਏਕ ਅਨੰਤਾ, ਉਹ ਅਨੰਤ ਇੱਕ ਪਰਮਾਤਮਾ ਅਨੰਤ ਰੂਪ ਹੋ ਕੇ ਵਰਤ ਰਿਹਾ ਹੈ ਸਾਰਿਆਂ ਦੇ ਵਿੱਚ। ਉਹੀ ਮਾਲਕ ਪਰਮਾਤਮਾ ਹੈਗਾ। ਜਿਸ ਤਰ੍ਹਾਂ ਤੈਨੂੰ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜਾ ਹੈਗਾ ਜੀਣ ਦਾ ਅਧਿਕਾਰ ਹੈਗਾ, ਸਾਰੇ ਦੁਨੀਆ ਦੇ ਪਦਾਰਥ ਸਾਰੇ ਜਿਹੜੇ ਹੈਗੇ ਤੈਨੂੰ ਮਾਣਨ ਦਾ ਅਧਿਕਾਰ ਆ, ਉਸੇ ਤਰੀਕੇ ਦੇ ਨਾਲ ਦੂਸਰਿਆਂ ਨੂੰ ਵੀ ਭਾਈ ਪੂਰਾ ਤੇਰੇ ਜਿੰਨਾ ਹੀ ਅਧਿਕਾਰ ਦੂਸਰਿਆਂ ਨੂੰ ਹੈ। ਸਭ ਮੈਂ ਵਰਤੇ ਏਕ ਅਨੰਤਾ, ਤਾਂ ਤੂੰ ਸੁਖ ਸੋ ਹੋਏ ਚਿੰਤਾ। ਤਾਂ ਜੇ ਤੂੰ ਸਾਰਿਆਂ ਦੇ ਵਿੱਚ ਉਸ ਅਨੰਤ ਨੂੰ ਦੇਖੇਗਾ ਤਾਂ ਫਿਰ ਤੂੰ ਜਿਹੜਾ ਹੈਗਾ ਸੁਖੀ ਹੋ ਜਾਏਗਾ ਭਾਈ, ਅਚਿੰਤ ਹੋ ਜਾਏਗਾ, ਚਿੰਤਾ ਰਹਿਤ ਹੋ ਜਾਏਗਾ। ਤੇਰੇ ਵਿਚਾਰ ਤੇਰੇ ਅੰਦਰ ਜਿਹੜੀਆਂ ਲਹਿਰਾਂ ਨਹੀਂ ਉੱਠਣਗੀਆਂ, ਡੁਆਲਿਟੀ ਖਤਮ ਹੋ ਜਾਏਗੀ। ਸਭ ਮੈਂ ਵਰਤੇ ਏਕ ਅਨੰਤਾ, ਤਾਂ ਤੂੰ ਸੁਖ ਸੋ ਹੋਏ ਅਚਿੰਤਾ। ਮਾਲਕ ਪਰਮਾਤਮਾ ਵਰਤ ਰਿਹਾ, ਮਾਲਕ ਦੀ ਖੇਡ ਚੱਲ ਰਹੀ ਹੈ, ਤੂੰ ਵੀ ਖੇਡ ਦਾ ਮੋਹਰਾ ਹੈਗਾ। ਉਹ ਸਭ ਕੁਝ ਜਾਣੇ ਜੋ ਵਰਤਨਤਾ, ਔਰ ਉਹ ਮਾਲਕ ਪਰਮਾਤਮਾ ਜਿਹੜਾ ਸਾਰਿਆਂ ਦੇ ਵਿੱਚ ਵਰਤ ਰਿਹਾ ਆ, ਉਹ ਸਾਰਾ ਕੁਝ ਜਾਣ ਰਿਹਾ ਹੈ, ਜੋ ਕੁਝ ਹੋ ਰਿਹਾ, ਜੋ ਕੁਝ ਵਰਤ ਰਿਹਾ ਹੈ, ਹਰ ਚੀਜ਼ ਹਰੇਕ ਚੀਜ਼ ਮਾਲਕ ਪਰਮਾਤਮਾ ਦੀ ਨਿਗਰਾਨੀ ਨਿਗਾਹ ਦੇ ਹੇਠ ਹੋ ਰਹੀ ਹੈ। ਮਨਮੁਖ ਮੋਏ ਜਿਨ ਦੂਜੀ ਪਿਆਸਾ। ਮਨ ਦੇ ਪਿੱਛੇ ਲੱਗਣ ਵਾਲੇ ਪਾਏ, ਉਹ ਕਹਿੰਦੇ ਆ ਉਹ ਆਪਣਾ ਮਨੁੱਖੀ ਜੂਨ ਜਿਹੜਾ ਹੈਗਾ ਗਵਾ ਦੇਣਗੇ, ਉਹ ਆਤਮਿਕ ਮੌਤ ਮਰੇ ਰਹਿਣਗੇ, ਕਿਉਂਕਿ ਉਹਨਾਂ ਨੂੰ ਮਾਇਆ ਦੀ ਪਿਆਸ ਹੈਗੀ। ਦੁਨੀਆ ਦੇ ਵਿੱਚ ਜੋ ਭੋਗ ਵਿਲਾਸ, ਜੋ ਰਸ-ਕਸ, ਜੋ ਸਵਾਦ ਪਾਏ ਹੋਏ ਆ, ਉਹਨਾਂ ਦੀ ਪਿਆਸ ਹੈਗੀ। ਮਨਮੁਖ ਮੂਹੇ ਜਿਨ ਦੂਜੀ ਪਿਆਸਾ, ਉਹਨਾਂ ਨੇ ਮਾਇਆ ਦੀ ਪਿਆਸ ਹੈਗੀ ਆ। ਔਰ ਇਹਦੇ ਵਿੱਚ ਜਿਹੜਾ ਹੈਗਾ ਮਾਲਕ ਪਰਮਾਤਮਾ ਕਹਿੰਦਾ ਮੈਂ ਇਹਦੇ ਵਿੱਚ ਖਾਲੀ ਪਿਆਸ ਪਾਈ ਆ, ਮੈਂ ਇਹਦੇ ਵਿੱਚ ਤ੍ਰਿਪਤੀ ਨਹੀਂ ਪਾਈ। ਮਨਮੁਖ ਮੂਹੇ ਜਿਨ ਦੂਜੀ ਪਿਆਸਾ। ਫਿਰ ਰਿਜ਼ਲਟ ਕੀ ਨਿਕਲਦਾ? ਬਹੁਤ ਜੋਨੀ ਭਾਵੇਂ ਤੁਰੇ ਕਿਰਤ ਲਿਖਿਆਸਾ। ਕਹਿੰਦੇ ਜੋ ਕਮਾਈ ਕਰਦੇ ਆ ਪਾਏ, ਜੋ ਬੀਜਦੇ ਆ ਕਿਸ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਤੇ ਉਹਨਾਂ ਨੇ ਆਹੀ ਬੀਜਿਆ ਪਾਏ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹੀ ਜਿਹੜਾ ਹੈਗਾ ਇਹੀ ਨਿਕਲਿਆ ਵਿੱਚੋਂ ਹੁਣ ਲੇਖਾ ਜੂਨਾਂ ਦੇ ਵਿੱਚ ਜਾਣਗੇ, ਕਿਉਂਕਿ ਇਹ ਕਾਮ ਕ੍ਰੋਧ ਲੋਭ ਹੰਕਾਰ ਕਾਰਨਸ਼ੀਲ ਹੈ। ਕੀ ਆ ਇਹ ਕਾਰਨਸ਼ੀਲ ਜਿਹੜਾ ਹੈ? ਕੋਈ ਸਜ਼ਾ ਨਹੀਂ ਹੈ ਆਪਾਂ ਨੂੰ। ਇਹ ਜਿਹੜੀ ਹੈਗੀ ਕਾਰਨਸ਼ੀਲ, ਜੋ ਕੁਛ ਆਪਾਂ ਨੇ ਡਿਮਾਂਡ ਕੀਤੀ ਆ ਉਹ ਆਪਾਂ ਨੂੰ ਡਿਲੀਵਰ ਹੋਇਆ ਹੈ। ਇਹ ਆਪਣੀ ਡਿਮਾਂਡ ਸੀਗੀ, ਆਪਾਂ ਕਾਮ ਦੀ ਡਿਮਾਂਡ ਸੀਗੀ, ਆਪਣੀ ਲੋਭ ਦੀ ਡਿਮਾਂਡ ਸੀਗੀ, ਹੰਕਾਰੀ ਸੀਗੇ, ਹਉਮੈ ਸੀਗੀ, ਮੋਹ ਸੀਗਾ, ਅਟੈਚਮੈਂਟ ਸੀਗਾ। ਇਸ ਕਰਕੇ ਇਹਦੇ ਵਿੱਚ ਆਪਾਂ ਇਹੀ ਡਿਮਾਂਡਾਂ ਮਾਲਕ ਦੇ ਅੱਗੇ ਇਹੀ ਡਿਮਾਂਡਾਂ ਪੇਸ਼ ਕੀਤੀਆਂ। ਮਾਲਕ ਕਹਿੰਦਾ ਤੂੰ ਜਿਹੜਾ ਹੈਗਾ ਤੂੰ ਇੱਛਾਧਾਰੀ ਹੈਗਾ ਭਾਈ, ਜੋ ਤੇਰੀ ਇੱਛਾਵਾਂ ਹੈਗੀਆਂ ਮੈਂ ਤੈਨੂੰ ਹੁਣ ਇਹ ਪੂਰੀਆਂ ਕਰਨ ਵਾਸਤੇ ਤੈਨੂੰ ਮੈਂ ਜੂਨਾਂ ਦੇ ਵਿੱਚ ਪਾਊਂਗਾ। ਜੂਨਾਂ ਦੇ ਵਿੱਚ ਪਾ ਕੇ ਮਹਾਰਾਜ ਜਿਹੜਾ ਹੈਗਾ ਆਪਣੀਆਂ ਇੱਛਾਵਾਂ ਪੂਰੀਆਂ ਕਰਦਾ ਹੈ। ਬਹੁਤ ਜੋਨੀ ਭਾਵੇਂ ਤੋਰੇ ਕਿਰਤ ਲਿਖਿਆਸਾ। ਆਹੀ ਤੇਰੀ ਕਿਰਤ ਹੈਗੀ ਆ, ਇਹੀ ਤੇਰੀ ਡਿਮਾਂਡ ਹੈਗੀ ਆ। ਜੈਸਾ ਬੀਜੇ ਤੈਸਾ ਖਾਸਾ। ਪਿਆਰਿਆ ਕੁਛ ਨਹੀਂ ਹੈ, ਜੋ ਤੂੰ ਬੀਜਿਆ ਹੈ ਖਾਣਾ ਪਊਗਾ ਤੈਨੂੰ। ਹੁਣ ਜੋ ਤੂੰ ਆਰਡਰ ਕੀਤਾ ਆ, ਆਰਡਰ ਹੁਣ ਤੇਰੇ ਡੋਰ ਦੇ ਉੱਤੇ ਆ ਗਿਆ, ਡਿਲੀਵਰੀ ਬॉय। ਜੈਸਾ ਬੀਜੇ ਤੈਸਾ ਖਾਸਾ। ਦੇਖ ਦਰਸ ਮਨ ਪਿਆ ਵਿਗਾਸਾ, ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ। ਬਸ ਜਿਨ੍ਹਾਂ ਨੂੰ ਆ ਪਤਾ ਲੱਗ ਗਿਆ, ਫਿਰ ਮਾਲਕ ਦੇ ਉਹ ਤਾਂ ਮਾਲਕ ਦੇ ਦਰਸ਼ਨਾਂ ਦੇ ਵਿੱਚ ਲੱਗ ਜਾਂਦੇ ਆ ਭਾਈ। ਮਨ 'ਚ ਖੁਸ਼ੀ ਖੇੜਾ ਆ ਜਾਂਦਾ, ਸਾਰਿਆਂ ਦੇ ਵਿੱਚ ਮਾਲਕ ਦਿਖਦਾ ਹੈ ਉਹਨਾਂ ਨੂੰ। ਹਰ ਪਾਸੇ ਜਿੱਧਰ ਦੇਖਦੇ ਆ ਪਰਮਾਤਮਾ ਹੀ ਦਿਖਦਾ ਹੈ ਉਹਨਾਂ ਨੂੰ। ਦੇਖ ਦਰਸ ਮਨ ਪਿਆ ਵਿਗਾਸਾ। ਮਨ ਵਿਕਸਿਤ ਹੋ ਜਾਂਦਾ ਹੈ। ਮਨ ਹੋਰ ਜਿਹੜਾ ਹੈਗਾ ਛਾਲਾਂ ਮਾਰ ਕੇ ਨਾਮ ਜਪਦਾ ਹੈ, ਭਗਤੀ ਕਰਦਾ ਹੈ। ਦੇਖ ਦਰਸ ਮਨ ਪਿਆ ਵਿਗਾਸਾ, ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ। ਸਾਰਾ ਬ੍ਰਹਮ ਦਾ ਪ੍ਰਕਾਸ਼ ਹੈ, ਮਾਲਕ ਪਰਮਾਤਮਾ ਹੀ ਹੈ ਸਾਰਾ। ਜਨ ਨਾਨਕ ਕੀ ਹਰ ਪੂਰਨ ਆਸਾ।
ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਆਪਣੇ ਜਨ ਦੀ, ਆਪਣੇ ਜਨਾਂ ਦੀ ਜਿਹੜੀ ਹੈਗੀ ਆ ਹਰੀ ਜਨਾਂ ਦੀ ਆਸਾ ਪੂਰਨ ਕਰਦਾ ਹੈ। ਉਹ ਮਾਲਕ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਗੌੜੀ ਗੁਆਰੇ ਦੀ ਮਹੱਲਾ ਪੰਜਵਾਂ। ਇਹਦੇ ਵਿੱਚ ਮਹਾਰਾਜ ਦੱਸ ਰਹੇ ਭਾਈ ਦੇਖ ਕਿੰਨਾ ਕਿੰਨਾ ਪ੍ਰੋਵੀਜ਼ਨ ਹੈਗਾ ਔਰ ਕੀ ਤੂੰ ਜਿਹੜਾ ਹੈਗਾ ਇਹ ਮਨੁੱਖੀ ਜੂਨ ਤੇਰੀ, ਜਿਹਨੂੰ ਇਹ ਮਹੀਨਾ ਸੋਹਣਾ ਸਭ ਤੋਂ ਉੱਪਰਲਾ ਸਿਖਰਲਾ ਡੰਡਾ ਤੂੰ ਫੜਿਆ ਆ, ਇਸ ਤੋਂ ਪਹਿਲਾਂ ਦੇਖ ਲਾ ਬਈ ਕਿਸ ਤਰੀਕੇ ਦੇ ਨਾਲ ਆਇਆ ਆ ਤੂੰ, ਕਿਸ ਤਰ੍ਹਾਂ ਜਿਹੜੀਆਂ ਤੇਰੀਆਂ ਇੱਛਾਵਾਂ ਜਿਹੜੀਆਂ ਸੀਗੇ ਕਾਰਨਸ਼ੀਲ ਸੀਗੇ, ਉਹ ਜਿਹੜਾ ਹੈਗਾ ਛੋਟਾ ਕਰਕੇ ਤੈਨੂੰ ਆ ਮਨੁੱਖੀ ਜੂਨ ਮਿਲੀ ਹੈ। ਕਈ ਜਨਮ ਪਏ ਕੀਟ ਪਤੰਗਾ, ਕਹਿੰਦੇ ਕਈ ਜਨਮ ਜਿਹੜੇ ਹੈਗੇ ਅਸੀਂ ਜਿਹੜੇ ਹੈਗੇ ਕੀੜੇ ਪਤੰਗੇ ਬਣਦੇ ਰਹੇ ਹਾਂ। ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਹਾਥੀ ਵੀ ਬਣਿਆ ਮੈਂ, ਮੱਛੀਆਂ ਵੀ ਬਣਿਆ ਮੈਂ, ਕੁਰੰਗ ਕਹਿੰਦੇ ਹਿਰਨ ਵੀ ਬਣਿਆ ਆ ਮੈਂ, ਚਾਰ ਪੈਰ ਵਾਲੇ ਜਾਨਵਰ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਮੈਂ ਜਿਹੜਾ ਪਕਸ਼ੀ ਬਣਿਆ, ਕਈ ਜਨਮ ਮੇਰੇ ਪਕਸ਼ੀ ਦੇ ਹੈਗੇ। ਇਹ ਸਾਰੀਆਂ ਬਿਰਤੀਆਂ ਹੈਗੀਆਂ ਮੇਰੇ ਅੰਦਰ, ਇਹ ਸਾਰੀਆਂ ਰੁਚੀਆਂ ਹੈਗੀਆਂ ਮੇਰੇ ਅੰਦਰ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਕਹਿੰਦੇ ਮੈਂ ਸੱਪਾਂ ਦੇ ਘਰ ਦੇ ਵਿੱਚ, ਸੱਪਾਂ ਦੇ ਕੁਲ ਦੇ ਵਿੱਚ ਲਏ ਆ। ਕਈ ਜਨਮ ਹੈਵਰ ਬਿਰਖ ਜੋਇਓ, ਕਈ ਜਨਮ ਮੈਂ ਘੋੜਾ ਬਣਿਆ ਆ, ਕਈ ਜਨਮ ਮੈਂ ਜਿਹੜਾ ਹੈਗਾ ਬਿਰਖ ਕਹਿੰਦੇ ਆ ਬੈਲ ਬਣਿਆ ਆ ਔਰ ਮੈਨੂੰ ਜੋ ਪੰਜਾਲੀ 'ਚ ਜੋਇਆ ਆ। ਕਈ ਜਨਮ ਮੇਰੇ ਐਵੇਂ ਨੰਗੇ ਆ। ਮਿਲ ਜਗਦੀਸ਼ ਮਿਲਨ ਕੀ ਬਰੀਆ, ਹੇ ਮੇਰੇ ਮਾਲਕਾ ਆ ਤਾਂ ਮੇਰਾ ਸਰੀਰ ਮਨੁੱਖੀ ਸਰੀਰ ਆ ਮੇਰਾ, ਇਹ ਤਾਂ ਮੇਰੀ ਤੈਨੂੰ ਮਿਲਣ ਦੀ ਵਾਰੀ ਹੈਗੀ ਆ। ਮਿਲ ਜਗਦੀਸ਼, ਹੇ ਮੇਰੇ ਮਾਲਕਾ ਮੈਨੂੰ ਮਿਲ। ਮਿਲਨ ਕੀ ਬਰੀਆ ਪਹੀ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਅਵਰ ਕਾਸ਼ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ ਰਹਾਓ। ਹੇ ਮੇਰੇ ਮਾਲਕਾ ਪਤਾ ਨਹੀਂ ਕਿੰਨਾ ਕੁ ਸਮਾਂ ਜਿਹੜਾ ਹੈਗਾ, ਕਿੰਨਾ ਕੁ ਸਮਾਂ ਚਲਾ ਗਿਆ। ਆਹ ਦੇਹ ਜਿਹੜੀ ਹੈਗੀ, ਇਹ ਸਵਾਰੀ ਹੋਈ ਦੇਹ ਜਿਹੜੀ ਹੈ, ਮਨੁੱਖਾ ਸਰੀਰ ਜਿਹੜੀ ਹੈਗੀ ਮੈਨੂੰ ਮਨੁੱਖੀ ਦੇਹ ਮੈਨੂੰ ਮਿਲੀ ਹੈ ਮਾਲਕਾ। ਮਿਲ ਹੁਣ ਐਸ ਸਰੀਰ ਮੈਨੂੰ ਮਿਲਿਆ ਹੈ ਮਾਲਕਾ ਤੇਰੇ ਮਿਲਣ ਦੇ ਨਾਲ। ਇਹ ਤੇਰੇ ਮਿਲਣ ਦੀ ਮੇਰੀ ਬਾਰੀ ਹੈਗੀ ਹੈ ਮਾਲਕਾ। ਮਿਲ ਜਗਦੀਸ਼ ਮਿਲਨ ਕੀ ਬਰੀਆ, ਮੇਰੀ ਬਾਰੀ ਹੈ ਤੈਨੂੰ ਮਿਲਣ ਦੀ। ਚਿਰੰਕਾਲ ਦੇ ਸੰਜਰੀਆ, ਪਤਾ ਨਹੀਂ ਕਿੰਨਾ ਕੁ ਸਮਾਂ ਹੋ ਗਿਆ, ਕਿੰਨਾ ਕੁ ਮੈਂ ਜਿਹੜਾ ਹੈਗਾ ਸਮਾਂ ਜਿਹੜਾ ਹੈਗਾ ਇਸ ਦੇਹ ਨੂੰ ਪਾਉਣ ਵਾਸਤੇ ਤਰਲੇ ਕੀਤੇ ਆ। ਚਿਰੰਕਾਲ ਦੇ ਸੰਜਰੀਆ ਰਹਾਓ, ਕਿੰਨਾ ਜੂਨਾ ਭੋਗ ਕੇ ਦੇ ਜਿਹੜੀ ਹੈਗੀ ਮੈਂ ਇਕੱਠੀ ਕੀਤੀ ਆ ਦੇਹ, ਮੈਨੂੰ ਸਰੀਰ ਮਿਲਿਆ ਹੈ। ਰਹਾਓ ਕਈ ਜਨਮ ਸੈਲ ਗਿਰ ਕਰਿਆ, ਗਿਰ ਕਹਿੰਦੇ ਪਹਾੜ, ਸੈਲ ਕਹਿੰਦੇ ਚਟਾਨ। ਕਈ ਜਨਮ ਕਹਿੰਦੇ ਪੱਥਰ ਦੇ ਹੋਏ ਮੇਰੇ। ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਮੈਂ ਪੈਦਾ ਹੀ ਨਹੀਂ ਹੋਇਆ, ਮਾਂ ਦੇ ਪੇਟ 'ਚ ਹੀ ਡਿੱਗ ਪਿਆ, ਗਰਭਪਾਤ ਹੋ ਗਿਆ। ਕਈ ਜਨਮ ਸਾਖ ਕਰ ਉਪਾਇਆ, ਕਈ ਜਨਮ ਮੈਂ ਜਿਹੜਾ ਹੈਗਾ ਇਹ ਪੇੜ ਪੌਦੇ ਜਿਹੜੇ ਬਨਸਪਤੀ ਹੋ ਗਏ ਮੇਰੇ, ਕਈ ਜਨਮ ਇਹਦੇ ਵਿੱਚ ਨਿਕਲ ਗਏ। 1,84 ਜੂਨ ਪਰਮਾਇਆ, 1,84,00,000 ਜੂਨਾਂ ਦੇ ਵਿੱਚ ਮੈਂ ਭਟਕ ਕੇ ਆ ਰਿਹਾ ਹਾਂ ਮਾਲਕਾ। 1,84 ਜੂਨ ਪਰਮਾਇਆ, ਸਾਧ ਸੰਗ ਭਇਓ ਜਨਮ ਪ੍ਰਾਪਤ। ਹੇ ਮਾਲਕਾ, ਮਾਲ ਤੇਰੀ ਮਿਹਰ ਹੋ ਗਈ ਆ, ਮੈਨੂੰ ਮਨੁੱਖੀ ਜੂਨ ਮਿਲੀ ਆ ਔਰ ਮੈਨੂੰ ਸਾਧ ਸੰਗਤ ਵੀ ਮਿਲ ਗਈ ਆ, ਮੈਨੂੰ ਗੁਰੂ ਵੀ ਮਿਲ ਗਏ, ਮੈਨੂੰ ਬ੍ਰਹਮ ਗਿਆਨੀ ਵੀ ਮਿਲ ਗਏ, ਮੈਨੂੰ ਗੁਰੂ ਦੀ ਮੱਤ ਵੀ ਮਿਲ ਗਈ ਆ। ਸਾਧ ਸੰਗ ਭਇਓ ਜਨਮ ਪ੍ਰਾਪਤ। ਹੇ ਮੇਰੇ ਮਨਾ ਦੇਖ ਲਾ ਕਿੰਨਾ ਸੰਜੋਗ ਹੈਗਾ, ਮਨੁੱਖੀ ਜੂਨ ਵੀ ਲੱਭ ਗਈ। ਆਹ ਦੇਖ ਲਓ ਹੁਣ ਆਪਾਂ ਬੈਠੇ ਹਾਂ ਗੁਰੂ ਦੀ ਮੱਤ ਲੈ ਰਹੇ ਹਾਂ, ਇਹ ਸਾਧ ਸੰਗਤ ਵੀ ਮਿਲ ਗਈ। ਕਰ ਸੇਵਾ ਭਜ ਹਰ ਹਰ ਗੁਰਮਤ, ਕਹਿੰਦੇ ਗੁਰਮਤ ਮਿਲ ਗਈ। ਹੁਣ ਗੁਰੂ ਦੀ ਮੱਤ ਲੈ ਕੇ ਤੇ ਸੇਵਾ ਕਰ ਲਾ ਪਿਆਰਿਆ, ਭਜਨ ਕਰ ਲਾ ਹੁਣ ਤੂੰ। ਭਜ ਮਨ ਮੇਰੇ ਏਕੋ ਨਾਮ, ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਤਨ ਸਾਰ। ਕਰ ਸੇਵਾ ਭਜ ਹਰ ਹਰ ਗੁਰਮਤ। ਦੇਖ ਲਓ ਕਿੰਨਾ ਜਿਹੜਾ ਇੱਕੋ ਲਾਈਨ ਦੇ ਵਿੱਚ ਕਿੰਨਾ ਜਿਹੜਾ ਹੈਗਾ ਨੁਕਤਾ ਪੂਰਾ ਦਾ ਪੂਰਾ ਦੇ ਦਿੱਤਾ। ਸੇਵਾ ਵੀ ਆਹੀ ਹੈ ਕਹਿੰਦੇ, ਭਜਨ ਵੀ ਇਹੀ ਹੈ,
ਨਾਮ ਹਰ ਹਰ ਕਹਿੰਦੇ ਪਰਮੇਸ਼ਰ ਦਾ ਨਾਮ ਆ। ਗੁਰੂ ਦੀ ਮੱਤ ਵੀ ਇਹੀ ਆ ਭਾਈ। ਕਰ ਸੇਵਾ ਭਜ ਹਰ ਹਰ ਗੁਰਮਤਿ, ਸਾਧ ਸੰਗ ਭਇਓ ਜਨਮ ਪ੍ਰਾਪਤ। ਕਰ ਸੇਵਾ ਭਜ। ਕਿੰਨੇ ਭਾਗਾਂ ਵਾਲੇ ਆਪਾਂ। ਦੇਖੋ ਮਨੁੱਖੀ ਜੂਨ ਮਿਲੀ ਆ, ਮਨੁੱਖੀ ਜੂਨ ਮਿਲ ਕੇ ਗੁਰੂ ਦੀ ਮੱਤ ਮਿਲ ਗਈ, ਗੁਰੂ ਦੀ ਮੱਤ ਮਿਲ ਕੇ ਸਾਧ ਸੰਗਤ ਮਿਲ ਗਈ। ਵਾਹ ਜੀ ਵਾਹ। ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤਿ। ਤਿਆਗ ਮਾਨ ਝੂਠ ਅਭਿਮਾਨ, ਕਹਿੰਦੇ ਛੱਡ ਦੇ ਪਿਆਰਿਆ ਝੂਠਾ ਅਭਿਮਾਨ, ਹੰਕਾਰ ਝੂਠਾ ਛੱਡ ਦੇ ਆਪਣਾ ਜਿਹੜਾ ਹੈਗਾ ਜੇ ਮਾਨ ਵਡਿਆਈ ਆਪਣੀ ਛੱਡ ਦੇ, ਝੂਠ ਆ ਸਾਰਾ ਛੱਡ ਦੇ ਇਹਨੂੰ। ਜੀਵਤ ਮਰੈ ਦਰਗਹਿ ਪਰਵਾਨ, ਹੋ ਜਾ ਨਿਮਰਤਾ ਦੇ ਵਿੱਚ ਆ ਜਾ, ਚਰਨ ਤੂਰ ਹੋ ਜਾ। ਜੀਵਤ ਮਰੈ ਜਿਉਂਦਾ ਜਿਹੜਾ ਹੈਗਾ ਮਾਇਆ ਵੱਲੋਂ ਮਰ ਜਾ, ਇਸ ਚੀਜ਼ ਨੂੰ, ਇਹ ਹਉਮੈ ਵੱਲੋਂ, ਇਹ ਮਾਨ ਅਭਿਮਾਨ ਵੱਲੋਂ। ਜੀਵਤ ਮਰੈ ਸੇਵਾ ਕਰ, ਜੋ ਗੁਰੂ ਕਹਿ ਰਿਹਾ, ਜੋ ਗਿਆਨ ਕਹਿ ਰਿਹਾ ਹੈ। ਧਿਆਨ ਸਿਮਰਨ ਕਰ, ਆਪਣੇ ਵਿਚਾਰ ਬੰਦ ਕਰ, ਮਾਇਆ ਦੀ ਪਕੜ ਤੋਂ ਆਜ਼ਾਦ ਹੋ। ਸਾਧ ਸੰਗ ਪਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤਿ। ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰੈ ਦਰਗਹਿ ਪਰਵਾਨ। ਓਹੋ ਦੇਖ ਲਾ, ਪਰਵਾਨ ਹੋ ਜਾਏਗਾ ਮਾਲਕ ਪਰਮਾਤਮਾ ਦੀ ਦਰਗਾਹ ਦੇ ਵਿੱਚ, ਔਰ ਖ਼ਤਮ ਹੋ ਜਾਏਗਾ ਤੇਰਾ ਜਨਮ ਮਰਨ ਦਾ ਇਹ ਜਿਹੜਾ 84 ਲੱਖ ਦਾ ਗੇੜਾ। ਜੀਵਤ ਮਰੈ ਦਰਗਹਿ ਪਰਵਾਨ, ਆਈ ਕੰਡੀਸ਼ਨ ਹੈ ਭਾਈ ਪਰਮਾਤਮਾ ਦੇ ਦਰਗਾਹ ਤੇ ਮਾਲਕ ਦੀ ਕਸੌਟੀ ਕੀ ਹੈਗੀ? ਕਹਿੰਦੇ ਜਿਉਂਦੇ ਮਰਨਾ ਪਊਗਾ ਪਿਆਰਿਆ। ਜੀਵਤ ਮਰੈ ਦਰਗਹਿ ਪਰਵਾਨ, ਤਾਂ ਜਿਹੜਾ ਹੈਗਾ ਇਨਸਾਨ ਮਾਲਕ ਪਰਮਾਤਮਾ ਦੀ ਦਰਗਾਹ 'ਚ ਪਰਵਾਨ ਹੁੰਦਾ ਹੈ। ਜੋ ਕੁਛ ਹੋਆ ਸੋ ਤੁਝ ਤੇ ਹੋਗ, ਜੋ ਕੁਛ ਹੋਆ ਸੋ ਤੁਝ ਤੇ ਹੋਗ। ਕਹਿੰਦੇ ਜੋ ਕੁਛ ਵੀ ਹੋਇਆ ਹੈ, ਜੋ ਕੁਛ ਵੀ ਹੋਊਗਾ ਉਹ ਤੇਰੇ ਤੋਂ ਹੀ ਹੋਣਾ ਹੈ ਮਾਲਕਾ, ਤੇਰੇ ਤੋਂ ਹੀ ਹੋਣਾ ਹੈ। ਮੇਰੀ ਕੋਈ ਸੇ ਨਹੀਂ ਹੈਗੀ। ਤੂੰ ਮਿਹਰ ਕਰ ਬਾਪੂ, ਤੂੰ ਮਿਹਰ ਕਰ। ਅਵਰ ਨਾ ਦੂਜਾ ਕਰਨੇ ਜੋਰ, ਹੋਰ ਕੋਈ ਦੂਸਰਾ ਨਹੀਂ ਕਰਨ ਵਾਲਾ ਤੇਰੇ ਤੋਂ ਇਲਾਵਾ। ਦੇਖੋ ਇੰਨਾ ਸਾਰਾ ਕੁਛ ਕਹਿ ਕੇ ਵੀ ਮਾਲਕ, ਦੇਖੋ ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ, ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਬਾਣੀ ਹੈਗੀ ਆ। ਦੇਖੋ ਕਹਿੰਦੇ ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤਿ। ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰੈ ਦਰਗਹਿ ਪਰਵਾਨ। ਹੁਣ ਆਖਰੀ ਬੰਦ ਦੇ ਵਿੱਚ ਕਹਿੰਦੇ ਨਹੀਂ ਮਾਲਕਾ ਨਹੀਂ, ਤੂੰ ਮਿਹਰ ਕਰ ਮੇਰੇ, ਤੂੰ ਮਿਹਰ ਕਰ, ਤੂੰ ਮਿਹਰ ਕਰ, ਤੂੰ ਮੇਰੇ ਨਾਲ ਹੋ। ਮੇਰੇ ਕੋਲ ਨਹੀਂ ਇਹ ਚੁੱਕਿਆ ਜਾ ਰਿਹਾ, ਮੇਰੇ ਕੋਲ ਨਹੀਂ ਇਹ ਜਿਹੜਾ ਹੈਗਾ, ਇਹ ਨਹੀਂ ਮੇਰੇ ਕੋਲੋਂ ਕੰਮ ਹੋਣਾ। ਜੋ ਕੁਛ ਹੁਆ ਸੋ ਤੁਝ ਤੇ ਹੋ, ਜੋ ਵੀ ਹੋਏਗਾ ਤੇਰੇ ਤੋਂ ਹੋਏਗਾ ਮਾਲਕਾ, ਜੋ ਹੋਇਆ ਤੇਰੇ ਤੋਂ ਹੁੰਦਾ ਹੈ। ਅਵਰ ਨਾ ਦੂਜਾ ਕਰਨੇ ਜੋਰ, ਹੋਰ ਕਿਹੜਾ ਦੂਸਰਾ ਕਰਨ ਵਾਲਾ ਹੈਗਾ। ਤਾਂ ਮਿਲੀਏ ਜਾਂ ਲਏ ਮਿਲਾਏ, ਕਹਿੰਦੇ ਤਾਂ ਮਿਲ ਸਕਦੇ ਹਾਂ ਮਾਲਕਾ ਜੇ ਤੂੰ ਆਪ ਮਿਲਾਏਂਗਾ, ਮਿਹਰ ਕਰੇਂਗਾ। ਕਹੋ ਨਾਨਕ ਹਰ ਹਰ ਗੁਣ ਗਾਏ, ਕਹਿੰਦੇ ਬਸ ਫਿਰ ਪਰਮੇਸ਼ਰ ਦਾ ਧਿਆਨ ਸਿਮਰਨ ਸ਼ੁਰੂ ਕਰ ਦੇ, ਮਾਲਕ ਨਾਲ ਹੋ ਜਾਊਗਾ। ਮਾਲਕ ਦੇ ਪਰਨੇ ਜਿਹੜਾ ਹੈਗਾ ਭਗਤੀ ਕਰਨੀ ਆ, ਉਹ ਵੀ ਹੰਬਲ ਹੋ ਕੇ, ਨਿਮਰਤਾ ਦੇ ਨਾਲ, ਗਰੀਬੀ ਦੇ ਨਾਲ ਭਗਤੀ ਕਰ। ਉੱਥੇ ਵੀ ਜਿਹੜਾ ਹੈਗਾ ਮਾਲਕ ਦੀ ਜਿਹੜੀ ਹੈਗੀ ਕਿਰਪਾ, ਮਾਲਕ ਦੀ ਕਿਰਪਾ ਸਮਝ ਵੀ ਤੈਨੂੰ ਜਿਹੜਾ ਹੈਗਾ ਕਿਰਪਾ ਹੋ ਰਹੀ ਹੈ ਮਾਲਕ ਪਰਮਾਤਮਾ ਦੀ। ਗੌੜੀ ਗਵਾਰੇ ਮਹੱਲਾ ਪੰਜਵਾਂ। ਇਹਦੇ ਵਿੱਚ ਦੇਖੋ ਇਹ ਸ਼ਬਦ ਐਸਾ ਵਰਦਾਨ ਹੈ ਆਪਣੇ ਵਾਸਤੇ। ਇਹਦੇ ਵਿੱਚ ਜਿਹੜਾ ਹੈਗਾ ਐਕਸ਼ਨ ਹੈਗੇ, ਸਿਰਫ ਐਕਸ਼ਨ। ਵੀ ਐਕਸ਼ਨ ਕੀ ਕਰਨੇ ਆਪਾਂ ਨੇ, ਬਿਲਕੁਲ ਪ੍ਰੈਕਟੀਕਲ ਐਕਸ਼ਨ ਹੈਗਾ ਇਹਦੇ ਵਿੱਚ। ਗੌੜੀ ਗਵਾਰੇ ਮਹੱਲਾ ਪੰਜਵਾਂ। ਕਰਮ ਭੂਮ ਮੈਂ ਬੋਵ ਨਾਮ। ਦੇਖ ਲਾ ਪਿਆਰਿਆ, ਕਰਮ ਭੂਮੀ ਦੇ ਵਿੱਚ ਆ ਗਿਆ, ਐਕਸ਼ਨ ਕਰਨ ਵਾਸਤੇ ਆਇਆ ਤੂੰ ਦੁਨੀਆ ਦੇ ਵਿੱਚ। ਐਕਸ਼ਨ ਚਾਹੀਦਾ ਹੈ, ਕਰਮ ਕਰਨਾ ਹੈ। ਇੱਥੇ ਤੇਰੇ ਕਰਮ ਜਿਹੜੇ ਆ ਵਾਚੇ ਜਾਣੇ ਆ। ਜੋ ਕੁਛ ਵੀ ਕਰੇਗਾ ਉਹਦਾ ਫਲ ਮਿਲਣਾ ਹੈ, ਤੈਨੂੰ ਯਾਦ ਰੱਖ ਲਾ। ਵਾਹਿਗੁਰੂ ਜੀ ਇੱਥੇ ਇਹ ਵੀ ਹੈ ਨਾ, ਜਿਹੜਾ ਜੀਵਤ ਮਰਿਆ ਹੈਗਾ ਇਹ ਦੋ ਤਰ੍ਹਾਂ ਮਰ ਰਿਹਾ ਆਪਾਂ। ਇੱਕ ਤਾਂ ਇਹ ਜਿਹੜਾ ਹੁਣ ਤੁਸੀਂ ਦੱਸਿਆ ਜੀ, ਦੂਸਰਾ ਇਹ ਹੈਗਾ ਆ ਕਿ ਜਿਹਦੇ ਨਾਲ ਅਸੀਂ ਉਹ ਮਰੇ ਪ੍ਰਵਾਨ ਨਹੀਂ ਹੋਣਾ, ਇੱਕ 'ਚ ਪ੍ਰਵਾਨ ਹੋਣਾ ਜੀ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਹ ਹੁਣ ਜਿਹੜਾ ਤੁਸੀਂ ਦੱਸਣ ਲੱਗੇ ਇਹ ਵੀ ਗਾਂਹ ਅੱਗੇ ਪ੍ਰਵਾਨ ਹੋਣ ਵਾਲਾ ਹੀ ਹੈ ਜੀ। ਇਹ ਦੋ ਤਰ੍ਹਾਂ ਦਾ ਮਰਨਾ, ਜੀਂਦੇ ਜੀ ਬੰਦਾ ਹੀ ਮਰਦਾ ਜੀ। ਮਰਨਾ ਇੱਕ ਮਾਇਆ ਵਿੱਚ ਮਰ ਰਿਹਾ ਤੇ ਇੱਕ ਇਹਦੇ ਵਿੱਚ ਹੈ ਜੀ। ਮਰਨਾ ਤਾਂ ਹੈ ਹੀ, ਆਪਾਂ ਨੇ ਮਰਨਾ ਤਾਂ ਹੈ ਹੀ, ਕਿਉਂਕਿ ਸਰੀਰ ਜਿਹੜਾ ਮਿਲਿਆ ਹੋਇਆ, ਸਰੀਰ ਨੇ ਤਾਂ ਜਾਣਾ ਹੀ ਹੈਗਾ।
ਇਹ ਕਿਸੇ ਦਾ ਵੀ ਨਹੀਂ ਰਹਿਣਾ, ਭਾਵੇਂ ਕੋਈ ਬ੍ਰਹਮ ਗਿਆਨੀ ਹੋਏ, ਭਾਵੇਂ ਜਿਹੜਾ ਵੀ ਹੋਏ, ਇਹ ਸਰੀਰ ਜਿਹੜਾ ਹੈਗਾ ਚਲੇ ਜਾਣਾ ਹੈ। ਅਤੇ ਇਹਨੂੰ ਹੁਣ ਜਿਹੜਾ ਹੈਗਾ, ਜੇ ਆਪਾਂ ਇਸ ਦੇ ਵਿੱਚ ਜੋ ਜਿਹਦੇ ਵਾਸਤੇ ਮਿਲਿਆ ਇਹ ਸਰੀਰ, ਜੇ ਉਹ ਕੰਮ ਕਰ ਲਈਏ ਆਪਾਂ, ਜੇ ਮਿਲਿਆ ਸਰੀਰ ਜਿਹੜਾ ਹੈਗਾ ਇਹ ਸੰਸਾਰ ਸਮੁੰਦਰ ਤੋਂ ਬਾਹਰ ਨਿਕਲਣ ਦੇ ਵਾਸਤੇ ਮਿਲਿਆ ਹੋਇਆ ਹੈ, ਬਸ ਆਹੀ ਹੈਗਾ। ਔਰ ਇਹ ਬਾਹਰ ਨਿਕਲ ਸਕਦੇ ਆ ਜੇ ਮਾਇਆ ਦੀ ਪਕੜ ਜਿਹੜੀ ਹੈਗੀ ਆ, ਜੇ ਰਸ ਕਾ ਸਵਾਦ ਜਿਹੜੇ ਹੈਗੇ ਇਹਦੀ ਪਕੜ ਤੋਂ ਆਪਾਂ ਆਜ਼ਾਦ ਹੋਈਏ, ਇਹੀ ਖੇਡ ਹੈਗੀ ਆ। ਔਰ ਇਹਨੂੰ ਹੀ ਬਾਣੀ ਕਹਿ ਰਹੀ ਹੈ, ਮਰਨਾ ਜੀਵਤ ਜਿਉਂਦੇ ਜੀ ਜਿਹੜਾ ਹੈਗਾ ਮਾਇਆ ਦੀ ਪਕੜ ਤੋਂ ਆਜ਼ਾਦ ਹੋ ਜਾ, ਪ੍ਰਕਿਰਤੀ ਤੋਂ ਆਜ਼ਾਦ ਹੋ ਜਾ, ਆਹੀ ਜਿਹੜਾ ਹੈਗਾ ਇਹੀ ਜਿਉਣਾ ਹੈਗਾ। ਔਰ ਨਹੀਂ ਹੋਵਾਂਗੇ ਤੇ ਆਪਣਾ ਜਿਹੜਾ ਹੈਗਾ ਆਤਮਿਕ ਮੌਤ ਹੋ ਜਾਏਗੀ ਭਾਈ। ਔਰ ਉੱਧਰ ਜਿਹੜਾ ਹੈਗਾ ਮਾਇਆ ਵੱਲ ਵੀ ਆਪਾਂ ਨੂੰ ਕੁਛ ਨਹੀਂ ਮਿਲਣਾ, ਉਹ ਵੀ ਇੱਥੇ ਦੀ ਇੱਥੇ ਹੀ ਰਹਿ ਜਾਣੀ ਹੈ। ਉਹ ਤਾਂ ਬੇਗਾਰੀ ਕਰਕੇ ਆਪਾਂ ਨੇ ਜੋ ਕੁਛ ਇਕੱਠਾ ਕੀਤਾ ਹੈ, ਜੋ ਕੁਛ ਵੀ ਹੈਗਾ ਆਪਣੇ ਕੋਲ ਇੱਥੇ ਦੇ ਇੱਥੇ ਰਹਿ ਜਾਣਾ ਹੈ। ਔਰ ਜਿਹੜਾ ਹੈਗਾ ਆਤਮਾ ਵਾਲਾ ਜਿਹੜਾ ਹੈਗਾ ਕੰਮ, ਉਹ ਤਾਂ ਕੀਤਾ ਹੀ ਨਹੀਂ ਆਪਾਂ, ਜੂਨਾਂ ਦੇ ਵਿੱਚ ਫਿਰ ਭਟਕਣਾ ਸ਼ੁਰੂ ਹੋ ਜਾਵਾਂਗੇ। ਕਰਮ ਭੂਮਿ ਮੈਂ ਭੋਵੋ ਨਾਮ, ਕਹਿੰਦੇ ਤੂੰ ਜਿਹੜਾ ਹੈਗਾ ਕਰਮ ਭੂਮੀ ਦੇ ਵਿੱਚ ਹੈਗਾ, ਇੱਥੇ ਜੋ ਕੁਛ ਵੀ ਕਰ ਰਿਹਾ ਆ ਉਹ ਜਿਹੜਾ ਹੈਗਾ ਤੇਰਾ ਉਹੀ ਤੈਨੂੰ ਮਿਲਣਾ ਆ, ਉਹਦਾ ਹੀ ਫਲ ਤੈਨੂੰ ਮਿਲਣਾ ਹੈ। ਇਸ ਕਰਕੇ ਭਾਈ ਨਾਮ ਦੀ ਖੇਤੀ ਕਰਨ ਵਾਸਤੇ ਤੈਨੂੰ ਭੇਜਿਆ ਆ। ਨਾਮ ਦੀ ਖੇਤੀ ਕਰੇਗਾ ਤੇ ਦੇਖ ਲਾ ਤੇਰਾ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹ ਮਾਇਆ ਔਰ ਇਹ ਪ੍ਰਕਿਰਤੀ ਇਹਦੀ ਪਕੜ ਤੋਂ ਆਜ਼ਾਦ ਹੋ ਜਾਏਗਾ। ਜਿਹੜੇ ਕੰਮ ਵਾਸਤੇ ਆਇਆ, ਜੇ ਮਨੁੱਖਾ ਸਰੀਰ ਮਿਲਿਆ ਆ, ਉਹ ਕੰਮ ਤੇਰਾ ਪੂਰਾ ਹੋ ਜਾਏਗਾ। ਕਰਮ ਭੂਮि में बोवो नाम, पूर्ण होए तुम्हारा काम, तेरा काम पूरा हो जाएगा भाई। फल पावे मिटे जम त्रास, देख ला जमा दी त्रास, ये 84 लाख जूना ये मिट जाऊगियाँ सारियाँ और फल प्राप्त हो जाएगा। अमृत फल अमर हो जाएगा, मालक परमात्मा वर्गा शरीर और प्रकृति की कैद चों आज़ाद हो जाएगा। माया हमेशा वास्ते तेरी दासी हो जाएगी। फल पावे मिटे जम त्रास, ਨਿਤ ਗਾਵੇਂ ਹਰ ਹਰ ਗੁਣ ਤਾਸ। ਕਿਵੇਂ ਹੋ ਸਕਦਾ ਹੈ? ਨਿਤ ਜਿਹੜਾ ਹੈਗਾ ਇਹ ਉਸ ਮਾਲਕ ਪਰਮਾਤਮਾ ਨੂੰ ਹਰ ਹਰ ਉਹਦਾ ਨਾਮ, ਉਸ ਗੁਣਾਂ ਦੇ ਖਜ਼ਾਨੇ ਮਾਲਕ ਪਰਮਾਤਮਾ ਦੀ ਇਹ ਜਿਹੜੀ ਹੈਗੀ ਉਹਦਾ ਧਿਆਨ ਕਰਨਾ ਪੈਣਾ ਆ, ਉਹਦੇ ਗੁਣ ਗਾਉਣੇ ਪੈਣੇ ਆ। ਸਦਾ ਸਦਾ ਗੁਣ ਗਾਈਏ ਜਪੇ ਨਾਮ ਮੁਰਾਰੀ। ਨਿਤ ਗਾਵੇਂ, ਨਿਤ ਕੋਈ ਛੁੱਟੀ ਨਹੀਂ, ਨੋ ਸੈਟਰਡੇ ਸੰਡੇ ਹੌਲੀਡੇ। ਨਿਤ ਗਾਵੇਂ ਹਰ ਹਰ ਗੁਣਤਾਸ। ਆਹ ਜਿਹੜਾ ਨਿਤਨੇਮ ਹੈਗਾ ਆਪਣਾ ਭਾਈ, ਇਹ ਕਦੀ ਮਿਸ ਨਹੀਂ ਹੋਣਾ ਚਾਹੀਦਾ। ਹਰ ਹਰ ਨਾਮ ਅੰਤਰ ਔਰ ਤਾਰ, ਕਹਿੰਦੇ ਅੰਦਰ ਲੈ ਕੇ ਜਾ, ਹਿਰਦੇ ਚੋਂ ਮਨ ਤੋਂ ਕਰ। ਇਹ ਕਰਦੇ ਕਰਦੇ ਤੇਰੇ ਇਹ ਜਿਹੜਾ ਹੈਗਾ ਜਪ ਰਿਹਾ ਹੈ, ਇਹਨੇ ਸਮਰਨ ਹੋ ਜਾਣਾ ਹੈ, ਇਹਨੇ ਧਿਆਨ ਲੱਗ ਜਾਣਾ ਤੇਰਾ ਫਿਰ ਮਾਲਕ ਪਰਮਾਤਮਾ ਵੱਲ। ਹਰ ਹਰ ਨਾਮ ਅੰਤਰ ਔਰ ਤਾਰ, ਸੀਗਰ ਕਾਰਜ ਲਿਹੋ ਸਵਾਰ ਰਹਾਓ। ਡਿਲੇ ਨਾ ਕਰ, ਦੇਰ ਨਾ ਕਰ ਪਿਆਰਿਆ। ਸਵਾਸ ਜਾ ਰਹੇ, ਉਮਰ ਲੰਘੀ ਜਾ ਰਹੀ ਹੈ, ਕਮਜ਼ੋਰ ਹੋਈ ਜਾ ਰਿਹਾ ਹੈ। ਛੇਤੀ ਤੋਂ ਛੇਤੀ ਆਪਣਾ ਕਾਰਜ ਜਿਹੜਾ ਹੈਗਾ ਸਵਾਰ ਲਾ, ਛੇਤੀ ਤੋਂ ਛੇਤੀ ਇਹ ਕੰਮ ਕਾਰਵਾਈ ਕਰ ਲਾ, ਛੇਤੀ ਤੋਂ ਛੇਤੀ। ਹਰ ਹਰ ਨਾਮ ਅੰਤਰ ਔਰ ਤਾਰ, ਅੰਦਰ ਲੈ ਕੇ ਜਾ। ਸੀਗਰ ਕਾਰਜ ਲਿਹੋ ਸਵਾਰ ਰਹਾਓ। ਆਪਣੇ ਪ੍ਰਭ ਸਿਓ ਹੋ ਸਾਵਧਾਨ। ਦੇਖ ਪਿਆਰਿਆ, ਹੋ ਜਾ ਸਾਵਧਾਨ ਹੋ ਜਾ। ਦੇਖ ਕਿੱਥੇ ਅਵੇਸਲਾ ਹੋਇਆ ਪਿਆ ਹੈ। ਮਾਲਕ ਪਰਮਾਤਮਾ ਦੇ ਨਾਲ ਸਾਵਧਾਨ ਹੋ। ਮਾਲਕ ਪਰਮਾਤਮਾ ਨੇ ਜਿਹੜੇ ਕੰਮ ਭੇਜਿਆ ਆ, ਆਪਣੇ ਪ੍ਰਭ ਸਿਓ ਹੋ ਸਾਵਧਾਨ, ਤਾਂ ਤੂੰ ਦਰਗਾਹ ਪਾਵੇਂ ਮਾਨ। ਕਹਿੰਦੇ ਤਾਂ ਜਿਹੜਾ ਹੈਗਾ ਮਾਲਕ ਦੀ ਦਰਗਾਹ 'ਚ ਇੱਜ਼ਤ ਮਿਲੇਗੀ ਲੋਕ ਪਰਲੋਕ ਦੇ ਵਿੱਚ। ਉਕਤ ਸਿਆਣਪ ਸਗਲੀ ਤਿਆਗ, ਜਿਹੜੀਆਂ ਉਕਤੀਆਂ, ਆਰਗੂਮੈਂਟ, ਸਿਆਣਪਾਂ, ਚਤੁਰਾਈਆਂ ਮਨ ਦੀਆਂ ਕਾਢਾਂ, ਕਹਿੰਦੇ ਸਾਰੀਆਂ ਤਿਆਗ। ਸੰਤ ਜਨਾਂ ਕੀ ਚਰਣੀ ਲਾਗ। ਦੇਖ ਲਾ ਸਾਧ ਸੰਗਤ, ਸੰਤ ਜਨ ਜਿਹੜੇ ਹੈਗੇ ਜੋ ਵੀ ਕਹਿ ਰਹੇ ਆ, ਉਹਨਾਂ ਦੀ ਗੱਲ ਮੰਨ, ਉਹਨਾਂ ਦੇ ਚਰਨਾਂ ਦੇ ਨਾਲ ਲੱਗ ਜਾ। ਉਕਤ ਸਿਆਣਪ ਸਗਲੀ ਤਿਆਗ, ਸੰਤ ਜਨਾਂ ਕੀ ਚਰਣੀ ਲਾਗ। ਸਰਬ ਜੀ ਹੈ ਜਾ ਕੇ ਹਾਥ। ਦੇਖ ਲਾ ਉਹ ਮਾਲਕ ਪਰਮਾਤਮਾ, ਸਾਰੇ ਜੀ ਉਸ ਮਾਲਕ ਪਰਮਾਤਮਾ ਦੇ ਹੱਥ ਦੇ ਵਿੱਚ ਹੈਗੇ। ਸਾਰੇ ਜਿਹੜੇ ਹੈਗੇ ਗਤੀਸ਼ੀਲ ਹੈਗੇ, ਮਾਲਕ ਪਰਮਾਤਮਾ ਨੇ ਪਿੱਛੇ ਮਾਲਕ ਪਰਮਾਤਮਾ ਦੀ ਜਿਹੜੇ ਹੈਗੇ ਆ, ਉਹ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਪਾਵਰ ਮਾਲਕ ਦੀ ਚੱਲ ਰਹੀ ਹੈ ਪਿੱਛੇ,
ਸਵਾਸ ਮਾਲਕ ਪਰਮਾਤਮਾ ਦੇ ਚੱਲ ਰਹੇ ਪਿੱਛੇ। ਸਰਬ ਜੀ ਹੈ ਜਾ ਕੇ ਹਾਥ, ਕਦੇ ਨਾ ਵਿਛੜੈ ਸਭ ਕੇ ਸਾਥ। ਔਰ ਉਹ ਮਾਲਕ ਪਰਮਾਤਮਾ ਸਾਰਿਆਂ ਦੇ ਨਾਲ ਹੈਗਾ, ਕਦੇ ਵਿਛੜਦਾ ਹੀ ਨਹੀਂ ਹੈ। ਆਪਾਂ ਨੂੰ ਪਤਾ ਹੀ ਨਹੀਂ ਹੁੰਦਾ, ਆਪਾਂ ਸੋਚਦੇ ਹਾਂ ਅਸੀਂ ਇਕੱਲੇ ਹੈਗੇ ਹਾਂ। ਸਰਬ ਜੀ ਹੈ ਜਾ ਕੇ ਹਾਥ, ਕਦੇ ਨਾ ਵਿਛੜੇ ਸਭ ਕੇ ਸਾਥ। ਉਪਾਅ ਛੋੜ ਗਹੋ ਤਿਸ ਕੀ ਓਟ। ਛੱਡ ਦੇ ਸਾਰੇ ਉਪਾਅ ਪਾਏ, ਛੱਡ ਦੇ ਸਾਰੇ ਮਨ ਦੇ ਜਿਹੜੇ ਹੈਗੇ ਤੇਰੇ ਜਿਹੜੇ ਹੈਗੇ ਬਲਬਲੇ, ਜਿਹੜੇ ਹੋਰ ਦੇ ਹੋਰ ਉਪਾਅ ਕਰ ਰਹੇ ਆ। ਉਸ ਮਾਲਕ ਪਰਮਾਤਮਾ ਦੀ ਉਹਦੀ ਓਟ ਲੈ, ਉਹਦਾ ਆਸਰਾ ਲੈ। ਨਿਮਖ ਮਾਏ ਹੋਵੇ ਤੇਰੀ ਛੋਟ। ਕਹਿੰਦੇ ਨਿਮਖ ਦੇ ਵਿੱਚ ਛੁੱਟ ਜਾਏਗਾ ਪਿਆਰਿਆ, ਨਿਮਖ ਦੇ ਵਿੱਚ ਛੁੱਟ ਜਾਏਗਾ, ਪ੍ਰਕਿਰਤੀ ਦੀ ਪਕੜ ਤੋਂ ਆਜ਼ਾਦ ਹੋ ਜਾਏਗਾ। ਸਾਵਧਾਨ ਹੋਣਾ ਹੈ ਆਪਾਂ ਨੇ ਭਾਈ। ਕਹਿੰਦੇ ਜਲਦੀ ਤੋਂ ਜਲਦੀ ਆਪਣਾ ਕੰਮ ਕਰ ਲਾ, ਨਾਮ ਬੀਜਣਾ ਸ਼ੁਰੂ ਕਰ ਜਿਹਦੇ ਵਾਸਤੇ ਆਇਆ ਆ। ਸਦਾ ਨਿਕਟ ਕਰ ਤਿਸਨੋ ਜਾਣ। ਔਰ ਆ ਦੇਖੋ ਇੱਕ ਹੋਰ ਨੁਕਤਾ ਦੇ ਰਹੇ, ਕਹਿੰਦੇ ਮਾਲਕ ਤੇਰੇ ਅੰਗ ਸੰਗ ਹੈ, ਹਮੇਸ਼ਾ ਨੇੜੇ, ਸਭ ਤੋਂ ਨੇੜੇ ਸਮਝ ਮਾਲਕ ਪਰਮਾਤਮਾ ਨੂੰ। ਸਦਾ ਨਿਕਟ ਕਰ ਤਿਸਨੋ ਜਾਣ, ਪ੍ਰਭ ਕੀ ਆਗਿਆ ਸਤ ਕਰ ਮਾਨ। ਮਾਲਕ ਪਰਮਾਤਮਾ ਦੀ ਜੋ ਆਗਿਆ ਹੈਗੀ, ਕਰਮ ਭੂਮੀ ਦੇ ਵਿੱਚ ਨਾਮ ਬੀਜਣਾ ਹੈਗਾ, ਇਸ ਕੰਮ ਦੇ ਵਾਸਤੇ ਆਏ। ਆ ਆਗਿਆ ਹੈ, ਆ ਹੁਕਮ ਹੈ ਮਾਲਕ ਪਰਮਾਤਮਾ ਦਾ ਮਨੁੱਖੀ ਜੂਨ ਮਨੁੱਖਾਂ ਦੇ ਵਾਸਤੇ। ਪ੍ਰਭ ਕੀ ਆਗਿਆ ਸਤ ਕਰ ਮਾਨ। ਸਦਾ ਨਿਕਟ ਕਰ ਤਿਸਨੋ ਜਾਣ, ਪ੍ਰਭ ਕੀ ਆਗਿਆ ਸਤ ਕਰ ਮਾਨ। ਗੁਰ ਕੇ ਬਚਨ ਹੈ, ਗੁਰ ਕੈ ਬਚਨ ਮਿਟਾਵੋ ਆਪ। ਕਹਿੰਦੇ ਗੁਰੂ ਦੇ ਬਚਨਾਂ ਦੇ ਨਾਲ, ਨਾਮ ਅਭਿਆਸ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ ਆਪਣੀ ਹਉਮੈ ਨੂੰ ਖਤਮ ਕਰ ਲਾ। ਹਰ ਹਰ ਨਾਮ ਨਾਨਕ ਜਪ ਜਾਪ। ਕਿਵੇਂ? ਕਹਿੰਦੇ ਪਰਮੇਸ਼ਰ ਦਾ ਨਾਮ ਪਾਏ ਜਪਣਾ ਸ਼ੁਰੂ ਕਰ ਦੇ। ਜਪ ਜਪ ਕੇ ਹਉਮੈ ਜਾਏਗੀ। ਸਾਰੇ ਐਕਸ਼ਨ ਹੈਗੇ ਪੂਰੇ ਦੇ ਪੂਰੇ ਸ਼ਬਦ ਦੇ ਵਿੱਚ। ਮਾਲਕ ਨੂੰ ਨੇੜੇ ਸਮਝਣਾ ਆ, ਸਾਵਧਾਨ ਹੋ ਜਾਣਾ ਹੈ, ਆਪਣੀਆਂ ਉਕਤ ਸਿਆਣਪਾਂ ਛੱਡ ਦੇਣੀਆਂ ਆ, ਔਰ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਉਹ ਜਪਣਾ ਆ, ਔਰ ਗੁਰੂ ਦੇ ਬਚਨਾਂ ਦੇ ਨਾਲ ਆਪਣੀ ਹਉਮੈ ਖਤਮ ਕਰਨੀ ਆ। ਆਹੀ ਖੇਡ ਹੈਗੀ, ਆਹੀ ਜਿਹੜੇ ਹੈਗੇ ਦੇਖ ਲਓ ਬਿਲਕੁਲ ਇੰਸਟਰਕਸ਼ਨਸ ਪੂਰੇ ਹੈਗੇ। ਗੌੜੀ ਗੁਆਰੇ ਦੀ ਮਹੱਲਾ ਪੰਜਵਾਂ। ਗੁਰ ਕਾ ਬਚਨ ਸਦਾ ਅਵਿਨਾਸੀ। ਦੇਖ ਲਾ ਪਿਆਰਿਆ, ਗੁਰੂ ਦਾ ਬਚਨ ਜਿਹੜਾ ਹੈਗਾ, ਜੋ ਗੁਰੂ ਦੇ ਬੋਲ ਹੈਗੇ ਆ, ਉਹ ਅਵਿਨਾਸੀ ਹੈਗੇ ਪਾਏ। ਗੁਰੂ ਦੇ ਬਚਨ ਅਵਿਨਾਸੀ ਹੈਗੇ, ਉਹ ਤੈਨੂੰ ਵੀ ਅਵਿਨਾਸੀ ਬਣਾ ਦੇਣਗੇ। ਗੁਰ ਕਾ ਬਚਨ ਸਦਾ ਅਵਿਨਾਸੀ, ਹਮੇਸ਼ਾ ਜਿਹੜੇ ਮਰਜੀ ਜਿਹੜਾ ਯੁੱਗ ਬਦਲ ਜਾਏ, ਪਰ ਆ ਜਿਹੜੇ ਗੁਰੂ ਦੇ ਬਚਨ ਇਸ ਤਰੀਕੇ ਦੇ ਨਾਲ ਹੀ ਰਹਿਣੇ ਆ ਪਾਏ। ਇਹ ਬੋਲ ਇਸ ਤਰ੍ਹਾਂ ਹੀ ਹੈ, ਅਵਿਨਾਸੀ ਹੈਗੇ। ਗੁਰ ਕਾ ਬਚਨ ਹਮੇਸ਼ਾ ਹਰੇਕ ਯੁੱਗ ਦੇ ਵਿੱਚ ਜਿਹੜਾ ਹੈਗਾ ਇਹ ਨਵਾਂ ਨਰੋਇਆ ਹੀ ਹੈਗਾ ਗੁਰੂ ਦਾ ਬਚਨ। ਗੁਰ ਕਾ ਬਚਨ ਸਦਾ ਅਵਿਨਾਸੀ, ਗੁਰ ਕੇ ਬਚਨੇ ਕਟੀ ਜਮ ਫਾਸੀ। ਇਸੇ ਦੇ ਨਾਲ ਜਮ ਦੀ ਫਾਹੀ ਕੱਟਣੀ ਹੈ ਭਾਈ, ਜਨਮ ਮਰਨ ਦਾ ਗੇੜਾ ਮੁੱਕਣਾ ਹੈਗਾ ਇਸੇ ਦੇ ਨਾਲ। ਇਹ ਗੁਰੂ ਦਾ ਬਚਨ ਜਿਹੜਾ ਹੈਗਾ, ਧਿਆਨ ਸਿਮਰਨ। ਗੁਰ ਕਾ ਬਚਨ ਸਦਾ ਅਵਿਨਾਸੀ। ਗੁਰ ਕਾ ਲਿਖਿਆ ਹੋਇਆ ਆ, ਕੇ ਨਹੀਂ ਲਿਖਿਆ ਹੋਇਆ। ਬਚਨ ਨੂੰ ਔਂਕੜ ਲਗਾਈ ਮਹਾਰਾਜ ਨੇ। ਦੇਖ ਕਹਿੰਦੇ ਕਿਹੜੇ ਬਚਨ ਦੀ ਗੱਲ ਕਰ ਰਿਹਾ ਮੈਂ। ਗੁਰ ਕਾ ਬਚਨ ਸਦਾ ਅਵਿਨਾਸੀ, ਗੁਰ ਕੇ ਬਚਨੇ ਕਟੀ ਜਮ ਫਾਸੀ। ਇਸੇ ਦੇ ਨਾਲ ਜਮ ਦੀ ਫਾਹੀ ਕੱਢਦੀ ਆ। ਗੁਰ ਕਾ ਬਚਨ ਜੀ ਕੇ ਸੰਗ। ਦੇਖ ਮਨ ਲਗਾ ਕੇ ਕਰ, ਮਨ ਲਗਾ ਕੇ ਇਹਨੂੰ ਜੀ ਦੇ ਨਾਲ, ਆਪਣੇ ਜੀ ਦੇ ਨਾਲ ਲੈ ਕੇ ਜਾ ਇਸਨੂੰ, ਇਸ ਧਿਆਨ ਸਿਮਰਨ ਨੂੰ, ਇਸ ਪ੍ਰੇਮਾ ਭਗਤੀ ਨੂੰ ਜੀ ਦੇ ਨਾਲ ਕਰ। ਗੁਰ ਕੇ ਬਚਨ ਰਚੈ ਰਾਮ ਕੇ ਰੰਗ। ਔਰ ਇਹਦੇ ਨਾਲ ਹੀ ਦੇਖ ਲਾ ਪਰਮੇਸ਼ਰ ਦੇ ਨਾਲ ਤੇਰਾ ਜਿਹੜਾ ਹੈਗਾ ਤੇਰਾ ਪਿਆਰ ਵੱਧਦਾ ਜਾਏਗਾ, ਰਚ ਜਾਏਗਾ ਪਰਮੇਸ਼ਰ ਦੇ ਰਾਮ ਦੇ ਰੰਗ ਦੇ ਵਿੱਚ ਰੰਗਿਆ ਜਾਏਗਾ। ਜੋ ਗੁਰ ਦਿਆ ਸੋ ਮਨ ਕੇ ਕਾਮ। ਦੇਖ ਲਾ ਪਿਆਰਿਆ, ਇੱਥੇ ਦੇਖ ਲਓ ਭਾਈ, ਗੁਰੂ ਜੋ ਕੁਛ ਵੀ ਕਹਿ ਰਿਹਾ ਕਰਨ ਵਾਸਤੇ ਮਨ ਨੇ ਕਰਨਾ ਹੈ, ਬਾਹਰ ਦੀ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ। ਵੇਸ ਭੇਖ, ਮਹਾਰਾਜ ਤਾਂ ਕਹਿੰਦੇ ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਏ ਫਲ ਨਾਹੀ ਜਿਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਓ।
ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰੇ ਅੰਮ੍ਰਿਤ ਘਟ ਮਾਹੀ ਜੀਓ। ਉਹੀ ਗੱਲ ਕਹਿ ਰਹੇ ਭਾਈ, ਘਟ ਦੇ ਵਿੱਚ ਹੀ ਅੰਮ੍ਰਿਤ ਹੈਗਾ। ਜੋ ਗੁਰੂ ਕਹਿ ਰਿਹਾ ਮਨ ਦਾ ਕੰਮ ਹੈ, ਮਨ ਨੇ ਕਰਨਾ ਹੈ, ਮਨ ਦਾ ਐਕਸ਼ਨ ਹੈਗਾ ਉਹ। ਜੋ ਗੁਰ ਦਿਆ ਸੁਮਨ ਕੇ ਕਾਮ, ਸੰਤ ਕਾ ਕੀਆ ਸਤ ਕਰਮਾਨ। ਪਿਆਰਿਆ, ਜੋ ਸੰਤ ਕਰ ਰਿਹਾ ਆ, ਯਾਦ ਰੱਖ ਲਾ ਪਿਆਰਿਆ, ਸੱਤ ਕਰਕੇ ਮੰਨ ਲਾ ਇਸ ਗੱਲ ਨੂੰ। ਜੋ ਗੁਰੂ ਕਹਿ ਰਿਹਾ ਹੈ, ਜੋ ਗੁਰੂ ਕਹਿ ਰਿਹਾ, ਜੋ ਇੰਸਟਰਕਸ਼ਨ ਆ ਰਹੀ ਹੈ, ਰਹਾਓ। ਗੁਰ ਕਾ ਬਚਨ ਅਟਲ ਅਛੇਦ, ਅਟਲ ਹੈ, ਹਮੇਸ਼ਾ ਰਹਿਣ ਵਾਲਾ ਹੈ ਭਾਈ। ਅਛੇਦ ਹੈ, ਇਹਨੂੰ ਕੋਈ ਛੇਦ ਨਹੀਂ ਸਕਦਾ, ਇਹਦਾ ਫਲ ਮਿਲਣਾ ਹੀ ਮਿਲਣਾ ਆ। ਗੁਰ ਕੇ ਬਚਨੇ ਕਟੇ ਭਰਮ ਭੇਦ। ਇਸੇ ਦੇ ਨਾਲ ਜਿਹੜੇ ਹੈਗੇ ਮਾਇਆ ਜਿਹੜੀ ਹੈਗੀ, ਮਾਇਆ ਦੀ ਜਾਲੀ ਕੱਟੀ ਜਾਣੀ ਆ। ਭਰਮ ਭੇਦ ਸਾਰੇ ਦੇ ਸਾਰੇ ਪਰਮਾਤਮਾ ਤੋਂ ਤੇਰੇ ਜਿਹੜੇ ਹੈਗੇ, ਇਸੇ ਬਚਨ ਦੇ ਨਾਲ ਜਿਹੜੇ ਹੈਗੇ ਸਾਰੇ ਮਾਇਆ ਦੀ ਭਟਕਣਾ, ਭੇਦ ਜਿਹੜੇ ਹੈਗੇ ਇਹ ਸਾਰਾ ਖਤਮ ਹੋਣਾ ਹੈ। ਗੁਰ ਕੇ ਬਚਨੇ ਕਟੇ ਭਰਮ ਭੇਦ, ਗੁਰ ਕਾ ਬਚਨ ਕਤੂ ਨਾ ਜਾਏ। ਦੇਖ ਲਾ, ਗੁਰੂ ਦਾ ਬਚਨ ਜਿਹੜਾ ਹੈਗਾ ਕਦੀ ਵੀ ਖਾਲੀ ਨਹੀਂ ਜਾਂਦਾ। ਗੁਰ ਕਾ ਬਚਨ ਕਤਹੂ ਨਾ ਜਾਏ, ਗੁਰ ਕੇ ਬਚਨੇ ਹਰ ਕੇ ਗੁਣ ਗਾਏ। ਗੁਰੂ ਦੇ ਬਚਨ ਦੇ ਦੁਆਰੇ ਭਗਤੀ ਹੋ ਸਕਦੀ ਆ ਪਿਆਰਿਆ। ਪਰਮੇਸ਼ਰ ਦੇ ਗੁਣ, ਆਹੀ ਗੁਣ ਗਾਉਣੇ ਆ ਭਾਈ ਗੁਰੂ ਦੇ ਬਚਨ ਦੇ ਦੁਆਰਾ। ਗੁਰ ਕੇ ਬਚਨੇ ਹਰ ਕੇ ਗੁਣ ਗਾਏ, ਗੁਰ ਕਾ ਬਚਨ ਜੀ ਕੈ ਸਾਥ। ਦੇਖ, ਤੇਰੀ ਆਤਮਾ ਦੇ ਨਾਲ, ਤੇਰੀ ਆਤਮਾ ਦਾ ਸਾਥ ਹੈਗਾ ਭਾਈ, ਜੀ ਦਾ ਸਾਥ ਹੈ, ਹਮੇਸ਼ਾ ਤੇਰੇ ਨਾਲ ਜਾਊਗਾ। ਜਿੱਥੇ ਤੇਰਾ ਜੀਓ ਜਾਊਗਾ ਉੱਥੇ ਗੁਰੂ ਦਾ ਬਚਨ ਜਾਊਗਾ ਨਾਲ ਨਾਲ। ਇਹ ਜੋ ਧਿਆਨ ਸਿਮਰਨ ਨਾਮ ਅਭਿਆਸ ਕੀਤਾ ਹੈ, ਤੇਰੇ ਅੰਦਰ ਵੜ ਜਾਣਾ, ਇਹਨੇ ਨਾਲ ਨਾਲ ਰਹਿਣਾ ਤੇਰੇ। ਗੁਰ ਕਾ ਬਚਨ ਜੀ ਕੈ ਸਾਥ, ਗੁਰ ਕਾ ਬਚਨ ਅਨਾਥ ਕੋ ਨਾਥ। ਗੁਰੂ ਦਾ ਬਚਨ ਆ ਭਾਈ, ਉਹ ਮਾਲਕ ਪਰਮਾਤਮਾ ਜਿਹੜਾ ਨਾਥ ਹੈ ਅਨਾਥਾਂ ਦਾ, ਉਹਨੂੰ ਮਿਲਾਉਣ ਵਾਲਾ ਗੁਰੂ ਦਾ ਬਚਨ ਆ। ਗੁਰੂ ਦਾ ਬਚਨ ਹੀ ਅਨਾਥ ਦਾ ਨਾਥ ਆ ਭਾਈ। ਗੁਰ ਕੇ ਬਚਨ ਨਰਕ ਨਾ ਪਵੈ। ਜਿਹੜਾ ਵੀ ਧਿਆਨ ਸਿਮਰਨ ਕਰਦਾ ਹੈ ਭਾਈ, ਜੂਨਾਂ ਦੇ ਵਿੱਚ ਨਹੀਂ ਪਾਉਂਦਾ। ਗੁਰ ਕੇ ਬਚਨੇ ਨਰਕ ਨਾ ਪਵੈ, ਗੁਰ ਕੇ ਬਚਨੇ ਰਸਨਾ ਅੰਮ੍ਰਿਤ ਰਵੈ। ਗੁਰੂ ਦੇ ਬਚਨ ਦੇ ਦੁਆਰਾ ਜਿਹੜਾ ਗੁਰੂ ਦੇ ਬਚਨ ਤੇ ਤੁਰਦਾ ਹੈ, ਉਹਦੇ ਅੰਦਰ ਅੰਮ੍ਰਿਤ ਆ ਜਾਂਦਾ ਹੈ। ਅੰਮ੍ਰਿਤ ਦਾ ਝਰਨਾ ਖੁੱਲ੍ਹ ਜਾਂਦਾ ਉਹਦੇ ਅੰਦਰ। ਗੁਰ ਕੇ ਬਚਨੇ ਰਸਨਾ ਅੰਮ੍ਰਿਤ ਰਵੈ, ਗੁਰ ਕਾ ਬਚਨ ਪ੍ਰਗਟ ਸੰਸਾਰ। ਗੁਰੂ ਦਾ ਬਚਨ ਪਾਏ ਸਾਰੇ ਸੰਸਾਰ ਦੇ ਵਿੱਚ, ਜਿਹਦੇ ਕੋਲ ਜਿਹੜਾ ਧਿਆਨ ਸਿਮਰਨ ਕਰਦਾ ਹੈ, ਜਿਹੜੇ ਬ੍ਰਹਮ ਗਿਆਨੀ ਕਹਿੰਦੇ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦੇ ਆਪਾਂ। ਗੁਰ ਕਾ ਬਚਨ ਪ੍ਰਗਟ ਸੰਸਾਰ, ਸਾਰੇ ਸੰਸਾਰ ਦੇ ਵਾਸਤੇ ਜਿਹੜਾ ਹੈਗਾ ਆਹੀ ਇੱਕ ਦਵਾਈ ਹੈ। ਗੁਰ ਕੇ ਬਚਨ ਨਾ ਆਵੇ ਹਾਰ। ਕਹਿੰਦੇ ਗੁਰੂ ਦੇ ਬਚਨ ਦੇ ਦੁਆਰਾ ਕੋਈ ਵੀ ਇਨਸਾਨ ਜਿਹੜਾ ਹੈਗਾ ਗੁਰੂ ਦੀ ਆਗਿਆ, ਗੁਰੂ ਦੇ ਅਨੁਸਾਰ ਚੱਲ ਰਿਹਾ ਹੈ, ਕਦੀ ਮਨੁੱਖੀ ਜੀਵਨ ਨਹੀਂ ਹਾਰੇਗਾ। ਜਿਸ ਜਨ ਹੋਏ ਆਪ ਕਿਰਪਾਲ, ਨਾਨਕ ਸਤਿਗੁਰ ਸਦਾ ਦਿਆਲ। ਜਿਸ ਜਨ ਤੇ ਮਾਲਕ ਪਰਮਾਤਮਾ ਆਪ ਕਿਰਪਾਲ ਹੋ ਜਾਂਦਾ ਹੈ, ਉਹ ਭਾਈ ਗੁਰੂ ਦਾ ਬਚਨ ਜਿਹੜਾ ਹੈਗਾ, ਗੁਰੂ ਦਾ ਬਚਨ ਸੰਭਾਲ ਲੈਂਦਾ ਹੈ। ਔਰ ਉਹਦੇ ਨਾਲ ਕੀ ਹੁੰਦਾ ਹੈ? ਨਾਨਕ ਸਤਿਗੁਰ ਸਦਾ ਦਿਆਲ। ਔਰ ਸਤਿਗੁਰੂ ਜਿਹੜਾ ਹੈ ਹਮੇਸ਼ਾ ਦਿਆਲ ਹੈ ਉਹਦੇ ਉੱਤੇ। ਗੌੜੀ ਗਵਾਰੇ ਦੀ ਮਹੱਲਾ ਪੰਜਵਾਂ। ਜਿਨ ਕੀਤਾ ਮਾਟੀ ਤੇ ਰਤਨ। ਦੇਖ ਲਓ ਭਾਈ, ਇਹ ਜਿਹੜਾ ਹੈਗਾ ਹਵਾ, ਪਾਣੀ, ਅਗਨੀ, ਧਰਤੀ, ਆਕਾਸ਼, ਇਹ ਪੰਜ ਤੱਤ ਮਿੱਟੀ ਤੋਂ ਇੰਨਾ ਸੋਹਣਾ ਸਰੀਰ ਬਣਾ ਦਿੱਤਾ, ਇੰਨਾ ਰਤਨ ਵਰਗਾ ਸਰੀਰ ਬਣਾ ਦਿੱਤਾ ਮਾਲਕ ਪਰਮਾਤਮਾ ਨੇ। ਜਿਨ ਕੀਤਾ ਮਾਟੀ ਤੇ ਰਤਨਾ, ਆਪਣੇ ਆਪ ਦੇਖ ਲਓ ਕਿਸ ਤਰ੍ਹਾਂ ਸਰੀਰ ਦੀ ਰਚਨਾ ਹੋ ਜਾਂਦੀ ਹੈ। ਜਿਨ ਕੀਤਾ ਮਾਟੀ ਤੇ ਰਤਨਾ, ਗਰਭ ਮੈਂ ਰਾਖਿਆ ਜਿਨ ਮਾਟੀ ਤੇ ਰਤਨ। ਜਿਨ ਕੀਤਾ ਮਾਟੀ ਤੇ ਰਤਨ, ਗਰਭ ਮੈਂ ਰਾਖਿਆ ਜਿਨੇ ਕਰ ਜਤਨ। ਮਾਂ ਦੇ ਪੇਟ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਅਗਨ ਕੁੰਡ ਦੇ ਵਿੱਚ ਅਗਨ ਉਹਦੇ ਗਰਭ ਮੰਡਲ ਦੇ ਵਿੱਚ ਕਿਵੇਂ ਰੱਖਿਆ ਮਾਲਕ ਨੇ। ਕਿੰਨਾ ਜਿਹੜਾ ਹੈਗਾ ਮਾਲਕ ਨੇ ਜਿਹੜਾ ਹੈਗਾ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਦੇ ਵਿੱਚ ਉੱਥੇ ਰਕਸ਼ਾ ਕੀਤੀ। ਜਿਹਨੇ ਦੀਨੀ ਸੋਭਾ ਵਡਿਆਈ, ਇੰਨੀ ਸੋਭਾ ਦੇਖ ਲਓ ਹੁਣ ਦੁਨੀਆ ਦੇ ਵਿੱਚ ਜਿਹੜਾ ਹੈਗਾ ਵਡਿਆਈ ਹੈ, ਸੋਭਾ ਹੈਗੀ ਇਨਸਾਨ ਦੀ, ਕਿਹਨੇ ਦਿੱਤੀ ਹੈ? ਤਿਸ ਪ੍ਰਭ ਕੋ 8 ਪਹਿਰ ਧਿਆਈ। ਕਹਿੰਦੇ ਉਸ ਮਾਲਕ ਪਰਮਾਤਮਾ ਨੂੰ ਧਿਆਉਣਾ ਬਣਦਾ ਆ ਪਿਆਰਿਆ। 8 ਪਹਿਰ ਹਮੇਸ਼ਾ ਮੈਕਸੀਮਮ ਟੌਪ ਪ੍ਰਾਇਰਟੀ ਤੇ ਆ ਕੰਮ ਕਰ।
ਕਿੰਨਾ ਦੇਖ, ਤੈਨੂੰ ਸਾਰਾ ਕੁਝ ਮਾਲਕ ਨੇ ਦੇ ਰਿਹਾ, ਮਾਲਕ ਦੇ ਰਿਹਾ। ਮਿੱਟੀ ਤੋਂ ਕਿੰਨਾ ਸੋਹਣਾ ਸਰੀਰ ਦੇ ਦਿੱਤਾ ਤੈਨੂੰ, ਮਾਂ ਦੇ ਪੇਟ 'ਚ ਰਕਸ਼ਾ ਕੀਤੀ ਜਿਹਨੇ, ਇੰਨੀ ਦੁਨੀਆ ਦੀ ਸੋਭਾ ਵਡਿਆਈ ਦਿੱਤੀ। ਅਤੇ ਉਸ ਮਾਲਕ ਪਰਮਾਤਮਾ ਦਾ ਧਿਆਨ ਕਰਨਾ ਲਾਜ਼ਮੀ ਹੈਗਾ ਭਾਈ। ਰਮਈਆ ਰੇਨ ਸਾਧ ਜਨ ਪਾਵੋਂ, ਰਮਈਆ ਰੇਨ ਸਾਧ ਜਨ ਪਾਵੋਂ। ਹੇ ਮੇਰੇ ਮਾਲਕਾ, ਮਿਹਰ ਕਰ ਮੈਨੂੰ ਸਾਧੂ ਜਨਾਂ ਦੀ ਸਾਧ ਸੰਗਤ ਦੇ ਮਾਲਕਾ। ਗੁਰ ਮਿਲ ਆਪਣਾ ਖਸਮ ਧਿਆਵੋਂ, ਮੈਨੂੰ ਦੇ ਗੁਰੂ ਦੀ ਸੰਗਤ, ਸਾਧ ਸੰਗਤ। ਗੁਰੂ ਨੂੰ ਮਿਲ ਕੇ ਮੈਂ ਵੀ ਜਿਹੜਾ ਤੇਰੀ ਭਗਤੀ ਕਰ ਸਕਾਂ ਮਾਲਕਾ। ਰਹਾਓ ਜਿਨ ਕੀਤਾ ਮੂੜ ਤੇ ਬਖਤਾ। ਕਹਿੰਦੇ ਦੇਖ ਲਓ, ਹੁਣ ਆਪਾਂ ਮੂੜ ਸੀਗੇ ਔਰ ਕਿੰਨਾ ਮਾਲਕ ਪਰਮਾਤਮਾ ਨੇ ਗਿਆਨ ਦੇ ਦਿੱਤਾ। ਜਿਹਨੇ ਕੀਤਾ ਮੂੜ ਤੇ ਬਖਤਾ, ਜਿਹਨੇ ਕੀਤਾ ਬੇਸੁਰ ਤੇ ਸੁਰਤਾ। ਔਰ ਉਹ ਵੈਸੇ ਵੀ ਜਿਹੜਾ ਇਨਸਾਨ ਜਿਹੜਾ ਹੈਗਾ ਮੂੜ ਹੀ ਹੁੰਦਾ ਹੈ, ਉਹ ਬੋਲ ਬਾਣੀ ਮਾਲਕ ਹੀ ਦਿੰਦਾ ਹੈ। ਬੇਸੁਰਤ ਹੁੰਦਾ ਹੈ, ਸੁਰਤ ਦੇ ਦਿੰਦਾ ਹੈ, ਸੋਚ ਦੇ ਦਿੰਦਾ ਹੈ, ਸਮਝ ਦੇ ਦਿੰਦਾ ਹੈ। ਜਿਹਨੇ ਕੀਤਾ ਬੇਸੁਰ ਤੇ ਸੁਰਤਾ, ਜਿਸ ਪ੍ਰਸਾਦ ਨਵੇਂ ਨਿਧ ਪਾਈ, ਸੋ ਪ੍ਰਭ ਮਨ ਤੇ ਬਿਸਰਤ ਨਾਹੀ। ਕਹਿੰਦੇ ਜਿਸ ਮਾਲਕ ਨੇ, ਮੈਂ ਮੂੜ ਸੀਗਾ, ਮੈਨੂੰ ਜਿਹੜਾ ਹੈਗਾ ਇੰਨਾ ਗਿਆਨ ਦੇ ਦਿੱਤਾ। ਮੈਂ ਬੇਸੁਰਤ ਸੀਗਾ, ਮੈਨੂੰ ਇੰਨੀ ਸੋਹਣੀ ਸੋਚ ਦੇ ਦਿੱਤੀ, ਗੁਰੂ ਵਾਲੀ ਸੋਚ ਦੇ ਦਿੱਤੀ, ਵਿਵੇਕ ਬੁੱਧੀ ਦੇ ਦਿੱਤੀ। ਜਿਸ ਪ੍ਰਸਾਦ ਨਵੇਂ ਨਿਧ ਪਾਈ, 9 ਨਿਧੀਆਂ ਮਿਲ ਗਈਆਂ ਮੈਨੂੰ, 9 ਨਿਧੀ 18 ਸਿੱਧੀਆਂ ਮਿਲ ਗਈਆਂ ਨਾਮ ਪਰਮੇਸ਼ਰ ਦਾ। ਤੋ ਪ੍ਰਭ ਮਨ ਤੇ ਬਿਸਰਤ ਨਾਹੀ। ਉਹ ਪਰਮਾਤਮਾ ਮੇਰੇ ਮਨ ਤੋਂ ਵਿਸਰਦਾ ਨਹੀਂ ਹੈ ਭਾਈ। ਜਿਹਨੇ ਦਿਆ ਨਿਥਾਵੇਂ ਕੋ ਥਾਨ। ਕਹਿੰਦੇ ਨਿਥਾਵਾਂ ਸੀਗਾ ਮੈਂ ਤਾਂ, ਮੈਨੂੰ ਤਾਂ ਕੋਈ ਟਿਕਾਣਾ ਹੀ ਨਹੀਂ ਸੀਗਾ। ਬਾਰ ਜਿਹੜਾ ਹੈਗਾ ਆ ਜੂਨ ਆਓ ਜੂਨ ਬਾਰ ਇਸ ਤਰ੍ਹਾਂ ਹੀ ਜਿਹੜਾ ਹੈਗਾ ਭਟਕਦਾ ਫਿਰ ਰਿਹਾ ਸੀਗਾ। ਮਾਲਕ ਨੇ ਮਿਹਰ ਕਰ ਦਿੱਤੀ, ਮੈਨੂੰ ਥਾਂ ਦੇ ਦਿੱਤਾ। ਜਿਹਨੇ ਦਿਆ ਨਿਮਾਣੇ ਕੋ ਮਾਣ, ਮੈਨੂੰ ਨਿਮਾਣੇ ਨੂੰ ਮਾਣ ਦੇ ਦਿੱਤਾ ਮਾਲਕ ਪਰਮਾਤਮਾ ਨੇ। ਜਿਹਨੇ ਕੀਨੀ ਸਭ ਪੂਰਨੀ ਆਸਾ, ਸਿਮਰੋਂ ਦਿਨ ਰਹਿਣ ਸਾਸ ਗਿਰਾਸਾ। ਜਿਹੜੇ ਮੇਰੇ ਮਾਲਕ ਪਰਮਾਤਮਾ ਨੇ ਮੇਰੀ ਸਾਰੀ ਆਸ ਪੂਰੀ ਕਰ ਦਿੱਤੀ। ਮੈਂ ਤਾਂ ਦਿਨ ਰਾਤ ਸਾਸ ਗਿਰਾਸ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰਾਂ। ਜਿਸ ਪ੍ਰਸਾਦ ਮਾਇਆ ਸਿਲਕ ਘਾਟੀ। ਕਹਿੰਦੇ ਮਾਲਕ ਨੇ, ਦੇਖੋ ਮਾਲਕ ਨੇ ਮਿਹਰ ਕਰਤੀ, ਮੈਨੂੰ ਗੁਰੂ ਦੇ ਦਿੱਤਾ, ਗੁਰੂ ਮਿਲਾ ਦਿੱਤਾ, ਗੁਰੂ ਦੀ ਮੱਤ ਮਿਲ ਗਈ, ਗੁਰੂ ਦਾ ਪ੍ਰਸਾਦ ਮਿਲ ਗਿਆ। ਜਿਸ ਪ੍ਰਸਾਦ ਮਾਇਆ ਸਿਲਕ ਘਾਟੀ, ਮਾਇਆ ਦੀ ਫਾਹੀ ਜਿਹੜੀ ਹੈਗੀ ਆ ਕੱਟ ਲਈ, ਕੱਟੀ ਗਈ ਮੇਰੀ ਮਾਇਆ ਦੀ ਫਾਹੀ, ਮਾਇਆ ਦੇ ਬੰਧਨ, ਮੋਹ ਦੇ ਅਟੈਚਮੈਂਟ ਦੇ। ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ। ਕਹਿੰਦੀ ਗੁਰੂ ਦੀ ਕਿਰਪਾ ਹੋ ਗਈ। ਹੁਣ ਇਹ ਦੇਖੋ, ਇਹਦੇ ਸ਼ਾਬਦਿਕ ਅਰਥ ਸਿੱਧੇ ਲਈਏ। ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ, ਅੰਮ੍ਰਿਤ ਤੇ ਬਿਖ ਜਿਹੜੀ ਹੈਗੀ ਖੱਟੀ। ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ। ਕਹਿੰਦੇ ਇਹ ਬਿਖ ਵਿਸ਼ੇ ਵਿਕਾਰ ਸਵਾਦ ਮਾਇਆ ਦੇ ਇੰਨੇ ਅੰਮ੍ਰਿਤ ਵਾਂਗੂ ਲੱਗ ਰਹੇ ਸੀ ਮੈਨੂੰ। ਗੁਰੂ ਦੀ ਕਿਰਪਾ ਦੇ ਨਾਲ ਇਹ ਹੁਣ ਖੱਟੇ ਲੱਗਣ ਲੱਗ ਗਏ ਮੈਨੂੰ। ਗੁਰ ਪ੍ਰਸਾਦ ਅੰਮ੍ਰਿਤ ਬਿਖ, ਇਹ ਬਿਖ ਜਿਹੜੀ ਅੰਮ੍ਰਿਤ ਵਰਗੀ ਲੱਗਦੀ ਸੀਗੀ, ਮਾਇਆ ਮੋਹ ਅਟੈਚਮੈਂਟ ਸਵਾਦ ਪਦਾਰਥ, ਕਹਿੰਦੇ ਖੱਟੇ ਲੱਗਣ ਲੱਗ ਪਏ। ਕਹੋ ਨਾਨਕ ਇਸ ਤੇ ਕਿਛ ਨਾਹੀਂ, ਰਾਖਣ ਹਾਰੇ ਕੋ ਸਲਾਹੀ। ਕਹਿੰਦੇ ਇਸ ਤੇ ਮੇਰੇ ਕੋਲੋਂ, ਇਨਸਾਨ ਕੋਲੋਂ ਕੁਛ ਨਹੀਂ ਹੋ ਸਕਦਾ। ਉਹ ਜਿਹੜਾ ਮਾਲਕ ਪਰਮਾਤਮਾ ਰੱਖਣ ਵਾਲਾ ਹੈਗਾ ਭਾਈ, ਉਹਨੂੰ ਸਲਾਹੀਏ। ਆਹੀ ਜਿਹੜੀ ਹੈਗੀ ਆਪਣੀ ਜਿਹੜੀ ਹੈਗੀ ਆ ਆਪਣੇ ਵਾਸਤੇ, ਆਹੀ ਕੰਮ ਕਰਨ ਵਾਲਾ ਕੰਮ ਆਹੀ ਹੈਗਾ। ਕਹੋ ਨਾਨਕ ਇਸ ਤੇ ਕਿਛ ਨਾਹੀਂ, ਰਾਖਣ ਹਾਰੇ ਕੋ ਸਲਾਹੀ। ਇਨਸਾਨ ਜਿਹੜਾ ਕਹਿੰਦਾ ਮੇਰੇ ਕੋਲੋਂ ਮੈਂ ਕੀ ਕਰ ਸਕਦਾ ਹਾਂ ਮਾਲਕਾ, ਮੇਰੀ ਕੀ ਵੁਕਤ ਹੈ, ਮੇਰੀ ਕੀ ਪਾਇਆ ਹੈਗੀ ਆ। ਬਸ ਜਿਹੜਾ ਰੱਖ ਰਿਹਾ ਆ ਮਾਲਕ ਪਰਮਾਤਮਾ, ਜਿਹੜਾ ਦੇ ਰਿਹਾ ਆ, ਜਿਹਦੀ ਖੇਡ ਹੈਗੀ ਆ, ਉਹਨੂੰ ਸਲਾਹਾਂ। ਰਾਖਣ ਹਾਰੇ ਕੋ ਸਲਾਹੀ। ਇਨਸਾਨ ਦੇ ਵੱਸ ਕੁਛ ਨਹੀਂ ਹੈਗਾ। ਕਹੋ ਨਾਨਕ ਇਸ ਤੇ ਕਿਛ ਨਾਹੀਂ, ਰਾਖਣ ਹਾਰੇ ਕੋ ਸਲਾਹੀ। ਗੌੜੀ ਗੁਆਰੇ ਦੀ ਮਹੱਲਾ ਪੰਜਵਾਂ। ਤਿਸ ਕੀ ਸ਼ਰਨ ਨਾਹੀਂ ਭਉ ਸੋਗ। ਉਸ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾ। ਕੋਈ ਡਰ ਤੈਨੂੰ ਪੋ ਨਹੀਂ ਸਕਦਾ ਮਾਇਆ ਦਾ, ਔਰ ਕੋਈ ਤੈਨੂੰ ਸੋਗ ਨਹੀਂ ਆਏਗਾ, ਦੁੱਖ ਨਹੀਂ ਆਏਗਾ। ਕੋਈ ਸੋਗ ਜਿਹੜਾ ਹੈਗਾ ਤੈਨੂੰ, ਕੋਈ ਮਾਇਆ ਦਾ ਡਰ ਜਿਹੜਾ ਹੈਗਾ ਤੇਰੇ ਰਸਤੇ ਤੋਂ ਤੈਨੂੰ ਵਿਚਲਿਤ ਨਹੀਂ ਕਰ ਪਾਊਗਾ।
ਉਸ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾ। ਕਿਵੇਂ? ਗੁਰ ਗੁਰ ਕਰਤ ਸ਼ਰਨ ਜੇ ਆਵੈ, ਪ੍ਰਭ ਆਏ ਮਿਲੈ ਖਿਨ ਢੀਲ ਨਾ ਪਈਆ। ਤਿਸ ਕੀ ਸ਼ਰਨ ਨਾਹੀ ਭਉ ਸੋਗ, ਉਸ ਤੇ ਬਾਹਰ ਕਛੂ ਨਾ ਹੋਗ। ਕਹਿੰਦੇ ਉਸ ਮਾਲਕ ਪਰਮਾਤਮਾ ਤੋਂ ਬਾਹਰ ਕੁਛ ਨਹੀਂ ਹੋ ਰਿਹਾ। ਜੋ ਵੀ ਦੁਨੀਆ ਦੇ ਵਿੱਚ ਹੋ ਰਿਹਾ ਆ, ਉਹ ਮਾਲਕ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੋ ਰਿਹਾ। ਅਨਹੋਣੀ ਨਾਮ ਦੀ ਚੀਜ਼ ਕੋਈ ਨਹੀਂ ਹੈਗੀ। ਤਿਸ ਕੀ ਸ਼ਰਨ ਨਾਹੀ ਭਉ ਸੋਗ, ਉਸ ਤੇ ਬਾਹਰ ਕਛੂ ਨਾ ਹੋਗ। ਤਜੀ ਸਿਆਣਪ ਬਲ ਬੁੱਧ ਵਿਕਾਰ। ਬਸ ਫਿਰ ਇਹ ਅਭਿਆਸੀ ਜਿਹੜੇ ਹੈਗੇ ਆਪਣੀ ਮਨ ਦੀ ਸਿਆਣਪ ਛੱਡ ਦਿੰਦੇ ਆ, ਆਪਣਾ ਬਲ ਬੁੱਧੀ ਤੇ ਵਿਸ਼ੇ ਵਿਕਾਰ ਛੱਡ ਕੇ ਕੀ ਕਰਦੇ ਆ? ਦਾਸ ਆਪਣੇ ਕੀ ਰਾਖਣ ਹਾਰ। ਮਾਲਕ ਦੇ ਪਰਣੇ ਹੋ ਜਾਂਦੇ ਆ, ਦਾਸ ਬਣ ਜਾਂਦੇ ਆ। ਮਾਲਕ ਪਰਮਾਤਮਾ ਰੱਖ ਲੈਂਦਾ ਹੈ। ਉਹਦੀ ਸ਼ਰਨ 'ਚ ਐਵੇਂ ਜਾ ਸਕਦੇ ਹਾਂ, ਆਪਣੀ ਸਿਆਣਪ, ਆਪਣੀ ਬਲ, ਆਪਣੀ ਬੁੱਧੀ। ਫਿਰ ਤਾਂ ਜਿਹੜਾ ਹੈਗਾ ਇਨਸਾਨ ਕਹਿੰਦਾ ਮੈਂ ਕਰ ਸਕਦਾ ਹਾਂ। ਤਜੀ ਸਿਆਣਪ ਬਲ ਬੁੱਧ ਵਿਕਾਰ, ਦਾਸ ਆਪਣੇ ਕੀ ਰਾਖਣ ਹਾਰ। ਜਪ ਮਨ ਮੇਰੇ ਰਾਮ ਰਾਮ ਰੰਗੇ। ਇਹ ਮੇਰੇ ਮਨਾ ਆਇਆ ਭਾਈ, ਆਪਣੇ ਮਨ ਨੂੰ ਐਡਰੈਸ ਕਰ ਰਹੇ ਆ। ਕਹਿੰਦੇ ਮੇਰੇ ਮਨ ਪਰਮੇਸ਼ਰ ਦਾ ਨਾਮ ਜਪ, ਤੇਰੇ ਰੰਗ ਦੇ ਵਿੱਚ ਰੰਗਿਆ ਜਾਏਗਾ, ਮਾਲਕ ਪਰਮਾਤਮਾ ਦੇ ਰੰਗ ਦੇ ਵਿੱਚ। ਉਹ ਮਾਲਕ ਪਰਮਾਤਮਾ, ਉਹਦਾ ਜਿਹੜਾ ਕਿ ਘਰ ਬਾਹਰ ਤੇਰੇ ਸਦ ਸੰਗ, ਉਹ ਮਾਲਕ ਪਰਮਾਤਮਾ ਤੇਰੇ ਅੰਦਰ ਵੀ ਆ, ਬਾਹਰ ਵੀ ਆ, ਹਰ ਪਾਸੇ ਹਰ ਜਗ੍ਹਾ 'ਤੇ ਤੇਰੇ ਨਾਲ, ਹਮੇਸ਼ਾ ਤੇਰੇ ਨਾਲ ਹੈਗਾ। ਉਹਦਾ ਨਾਮ ਜਪ ਮੇਰੇ ਮਨਾ, ਉਹਦਾ ਨਾਮ ਜਪ, ਉਹਦੇ ਰੰਗ ਦੇ ਵਿੱਚ ਰੰਗਿਆ ਜਾ। ਇਸ ਤਰ੍ਹਾਂ ਮਾਲਕ ਪਰਮਾਤਮਾ ਆਪਣੇ ਦਾਸ ਦੀ ਰੱਖਦਾ ਹੈ। ਰਹਾਓ ਤਿਸ ਕੀ ਟੇਕ ਮਨੇ ਮੈਂ ਰਾਖ। ਉਸ ਮਾਲਕ ਪਰਮਾਤਮਾ ਦਾ ਆਸਰਾ ਮਨ ਦੇ ਵਿੱਚ ਰੱਖ ਲਾ। ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ। ਦੇਖੋ ਫਿਰ ਗੁਰੂ ਦਾ ਸ਼ਬਦ ਆ ਗਿਆ। ਇਹ ਸ਼ਬਦ ਅੰਦਰ ਪ੍ਰਗਟ ਕਰਨਾ ਪੈਣਾ ਹੈ, ਇਹਦੇ ਨਾਲ ਅੰਮ੍ਰਿਤ ਰਸ ਆ ਜਾਣਾ ਹੈ। ਕਹਿੰਦੇ ਚੱਖ ਕੇ ਤਾਂ ਦੇਖ, ਤੂੰ ਆਪ ਪ੍ਰੈਕਟੀਕਲ ਕਰਕੇ ਤਾਂ ਦੇਖ। ਬਾਹਰ ਦੇ ਰਸਕਸ ਤੂੰ ਬਥੇਰੇ ਚੱਖ ਕੇ, ਇੰਨੀ ਉਮਰ ਹੋ ਗਈ ਚੱਖਦਿਆਂ ਨੂੰ, ਸੰਤੋਸ਼ ਆਇਆ ਨਹੀਂ ਤੇਰੇ ਅੰਦਰ, ਜਿਹੜੀ ਹੈਗੀ ਆ ਰੱਜ ਨਹੀਂ ਆਇਆ ਤੇਰੇ ਅੰਦਰ, ਜਿਹੜਾ ਹੈਗਾ ਤ੍ਰਿਸ਼ਨਾ ਨਹੀਂ ਮਿਟੀ ਤੇਰੀ। ਕਦੀ ਆ ਗੁਰੂ ਦਾ ਸ਼ਬਦ ਅੰਮ੍ਰਿਤ ਰਸ ਵਿੱਚ ਚੱਖ ਕੇ ਦੇਖ ਲੈ ਇੱਕ ਵਾਰੀ, ਨਹੀਂ ਤਾਂ ਵਾਪਸ ਚਲੇ ਜਾਏਂ ਉੱਥੇ ਹੀ। ਪ੍ਰੈਕਟੀਕਲ ਤਾਂ ਕਰਕੇ ਖਾਲੀ ਆਰਗੂਮੈਂਟ ਹੀ ਕਰੀ ਜਾ ਰਹੇ ਹੈ। ਤਿਸ ਕੀ ਟੇਕ ਮਨੇ ਮੈਂ ਰਾਖ। ਇੱਕ ਵਾਰੀ ਸਾਬਤ ਤਾਂ ਕਰਦੇ ਵੀ ਇਹ ਜਿਹੜਾ ਹੈਗਾ ਝੂਠਾ ਹੈਗਾ। ਤਿਸ ਝੂਠੀ ਚੀਜ਼ ਨੂੰ ਤੂੰ ਜਿਹੜਾ ਹੈਗਾ ਲੱਗਿਆ ਹੋਇਆ ਹੈ, ਜਨਮਾਂ ਜਨਮਾਂ ਦਾ ਲੱਗਿਆ ਹੋਇਆ ਹੈ, ਉਹਦੇ ਵਿੱਚੋਂ ਕੁਛ ਮਿਲ ਨਹੀਂ ਰਿਹਾ, ਰੱਜ ਆ ਨਹੀਂ ਰਿਹਾ। ਔਰ ਆ ਜਿਹੜੀ ਸੱਚ ਹੈ, ਜਿਹੜਾ ਰਸ ਹੈਗਾ ਅਸਲੀ ਰਸ, ਉਹਦੇ ਵੱਲ ਜਾ ਨਹੀਂ ਰਿਹਾ। ਉਹਦੇ 'ਤੇ ਤਾਂ ਆਰਗੂਮੈਂਟ ਹੀ ਕਰ ਰਹੇ ਹੈ ਬਸ। ਤਿਸ ਕੀ ਟੇਕ ਮਨੇ ਮੈਂ ਰਾਖ, ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ। ਅਵਰ ਜਤਨ ਕਹੋ ਕੌਣ ਕਾਜ। ਦੱਸ ਦੇ ਵੀ ਤੇਰਾ ਬਾਕੀ ਜਿੱਥੇ ਵੀ ਜੋ ਕੁਛ ਵੀ ਕਰ ਰਿਹਾ ਆ, ਜੋ ਕਰਮ ਕਾਂਡ ਜੋ ਵੀ ਹੋਰ ਦੁਨੀਆ ਦੇ ਵਿੱਚ ਜਿਹੜਾ ਜਿਸ ਤਰ੍ਹਾਂ ਵੀ ਜੋ ਵੀ ਜਿੱਥੇ ਵੀ ਸਮਾਂ ਬਤੀਤ ਕਰ ਰਿਹਾ, ਦੱਸ ਦੇ ਵੀ ਤੇਰਾ ਕਿਹੜਾ ਕੰਮ ਸਵਰ ਗਿਆ ਉਹਦੇ ਨਾਲ। ਅਵਰ ਜਤਨ ਕਹੋ ਕੌਣ ਕਾਜ, ਕਰ ਕਿਰਪਾ ਰਾਖੇ ਆਪ ਲਾਜ। ਬਸ ਜਿਹਨੂੰ ਇਹ ਮੱਤ ਦੇ ਦਿੰਦਾ, ਮਾਲਕ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਉਹਦੀ ਲਾਜ ਰੱਖ ਲੈਂਦਾ ਮਾਲਕ ਪਰਮਾਤਮਾ ਲੋਕ ਪਰਲੋਕ 'ਚ। ਕਿਆ ਮਾਨੁਕ ਕਹੋ ਕਿਆ ਜ਼ੋਰ। ਕਹਿੰਦੇ ਕੀ ਇਨਸਾਨ ਹੈਗਾ, ਉਹਦਾ ਕੀ ਜ਼ੋਰ ਹੈਗਾ, ਕੀ ਕਰਨ ਜੋਗਾ ਹੈ ਇਨਸਾਨ। ਬਸ ਖਾਲੀ ਹਉਮੈ ਫੋਕੀ ਹਉਮੈ, ਬਸ ਮੈਂ ਮੇਰੀ, ਆ ਮੇਰਾ ਘਰ, ਆ ਮੇਰੀ ਫਲਾਨਾ, ਮੇਰਾ ਆ ਸਾਰਾ ਮੈਂ ਮੇਰੀ। ਬਸ ਕਿਆ ਮਾਨੁਕ ਕਹੋ ਕਿਆ ਜ਼ੋਰ, ਝੂਠਾ ਮਾਇਆ ਕਾ ਸਭ ਸ਼ੋਰ। ਕਹਿੰਦੇ ਸਿਰਫ ਝੂਠ ਹੈ, ਮਾਇਆ ਦਾ ਦਿਖਾਵਾ ਹੈ, ਸ਼ੋਰ ਹੈ, ਖਾਲੀ ਝੂਠ ਹੈਗਾ, ਖਾਲੀ ਝੂਠ। ਕਰਨ ਵਾਲਾ ਮਾਲਕ ਪਰਮਾਤਮਾ ਹੈ। ਸਟੈਂਪ ਆਪਣੀ ਲਾਈ ਜਾ ਰਿਹਾ ਹੈ ਭਾਈ, ਮੈਂ ਬਣਾਇਆ, ਮੇਰਾ ਘਰ ਆ, ਮੈਂ ਇਕੱਠੀ ਕੀਤੀ ਆ, ਮੈਂ ਆ ਸਾਰਾ ਕੁਛ ਕੀਤਾ ਹੈ। ਕਿਆ ਮਾਨੁ ਕਹੋ ਕਿਆ ਜ਼ੋਰ, ਝੂਠਾ ਮਾਇਆ ਕਾ ਸਭ ਸ਼ੋਰ। ਕਰਨ ਕਰਾਵਣ ਹਾਰ ਸੁਆਮੀ, ਸਗਲ ਕਟਾ ਕੇ ਅੰਤਰ ਜਾਮੀ। ਔਰ ਉਹ ਜਿਹੜਾ ਕਰਨ ਕਰਾਵਣ ਹਾਰ ਮਾਲਕ ਪਰਮਾਤਮਾ ਹੈ, ਉਹ ਤਾਂ ਕਦੀ ਕਹਿੰਦਾ ਨਹੀਂ ਪਾਏ ਵੀ ਆਹ ਤੇਰਾ ਸਰੀਰ ਜਿਹੜਾ ਹੈਗਾ ਮੈਂ ਬਣਾਇਆ ਹੋਇਆ ਹੈ। ਉਹ ਤਾਂ ਕਦੀ ਕਹਿੰਦਾ ਨਹੀਂ ਜਿਹੜੀ ਹਵਾ ਲੈ ਰਿਹਾ ਮੇਰੀ ਆ। ਕਦੀ ਕਹਿੰਦਾ ਨਹੀਂ ਵੀ ਆਹ ਜੋ ਖਾ ਰਹੇ ਆ, ਜਿੱਥੇ ਵਿਚਰ ਰਹੇ ਆ, ਜਿੱਥੇ ਸੌਂ ਰਹੇ ਆ, ਜਿੱਥੇ ਜਾ ਰਹੇ ਆ, ਇਹ ਸਾਰਾ ਕੁਛ ਮੇਰਾ ਹੈਗਾ। ਕਰਨ ਕਰਾਵਣ ਹਾਰ ਸੁਆਮੀ,
ਆਹੀ ਦੇਖ ਲਓ ਮਾਲਕ ਪਰਮਾਤਮਾ ਕਿੰਨਾ ਜਿਹੜਾ ਹੈਗਾ ਉਹਦੀ ਕਿੰਨੀ ਗਰੀਬੀ ਹੈਗੀ ਆ। ਔਰ ਆਪਾਂ ਦੇਖ ਲਓ ਕੀ ਹੈਗੇ ਆ ਭਾਈ, ਬਿਲਕੁਲ ਉਲਟ। ਉੱਥੇ ਆਪਣੀ ਯਾਤਰਾ ਉੱਥੇ ਤੱਕ ਦੀ ਹੈਗੀ ਆ। ਜਿਹੜਾ ਕਰ ਰਿਹਾ ਆ, ਜਿਹਦਾ ਸਾਰਾ ਕੁਝ ਹੈਗਾ, ਉਹ ਕਦੀ ਕਹਿੰਦਾ ਹੀ ਨਹੀਂ। ਕਿਆ ਮਾਨੂ ਕਹੋ ਕਿਆ ਜ਼ੋਰ, ਝੂਠਾ ਮਾਇਆ ਕਾ ਸਭ ਸ਼ੋਰ। ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਸਾਰਿਆਂ ਦੇ ਅੰਦਰ, ਸਾਰੇ ਘਟਾਂ ਦੇ, ਸਾਰੇ ਸਰੀਰਾਂ ਦੇ ਅੰਦਰ ਮਾਲਕ ਪਰਮਾਤਮਾ ਹੈਗਾ। ਅੰਦਰ ਦੀ ਜਾਣਦਾ ਹੈ ਸਾਰਿਆਂ ਦੀ। ਸਰਬ ਸੁਖਾ ਸੁਖ ਸਾਚਾ ਇਹੋ। ਬਸ ਆਖਰੀ ਨੁਕਤੇ ਦੀ ਗੱਲ ਕਹਿੰਦੇ ਆ ਭਾਈ, ਆ ਲੈ ਲਾ 100 ਗਜ ਲੱਜ ਤੇ ਸਿਰੇ ਤੇ ਗੰਢ। ਨੁਕਤੇ ਦੀ ਗੱਲ ਤੈਨੂੰ ਸਾਰ ਵਸਤੂ ਦੱਸ ਦਿੰਦਾ ਹੈ। ਸਰਬ ਸੁਖਾ ਸੁਖ ਸਾਚਾ ਇਹੋ। ਸਾਰੇ ਸੁਖ ਸੱਚ, ਸੱਚਾ ਸੁਖ ਆਇਆ ਪਾਏ ਕਿ ਗੁਰ ਉਪਦੇਸ਼ ਮਨੇ ਮੈਂ ਲਿਹੋ। ਬਸ ਗੁਰੂ ਜੋ ਕਹਿ ਰਿਹਾ, ਗੁਰੂ ਦਾ ਉਪਦੇਸ਼ ਮਨ ਦੇ ਵਿੱਚ ਲੈ ਲਾ। ਜੋ ਗੁਰੂ ਕਹਿ ਰਿਹਾ ਉਹ ਕੰਮ ਸ਼ੁਰੂ ਕਰ ਦੇ। ਬਸ ਗੁਰੂ ਤਾਂ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਕਹਿ ਰਿਹਾ ਭਾਈ। ਜਾ ਕੋ ਰਾਮ ਨਾਮ ਲਿਵ ਲਾਗੀ, ਕਹੋ ਨਾਨਕ ਸੋ ਧਨ ਵਡ ਭਾਗੀ। ਕਹਿੰਦੇ ਜਿਹਨੇ ਗੁਰੂ ਦਾ ਉਪਦੇਸ਼ ਲੈ ਲਿਆ, ਜਿਹਦੀ ਰਾਮ ਦੇ ਨਾਮ ਦੇ ਨਾਲ ਲਿਵ ਲੱਗ ਗਈ, ਉਹ ਤਾਂ ਕਹਿੰਦੇ ਆ ਵੱਡੇ ਭਾਗਾਂ ਵਾਲਾ ਆ। ਧਨਤਾ ਦਾ ਯੋਗ ਹੈਗਾ ਭਾਈ, ਧਨਤਾ ਦਾ ਪਾਤਰ ਹੈਗਾ। ਹਾਂਜੀ ਆਪਾਂ ਜੀ ਹਮੇਸ਼ਾ ਹੀ ਕਹਿੰਦੇ ਆ ਵੀ ਇੱਕ ਲਿਵ ਦਾ ਰਸਤਾ, ਇੱਕ ਧਾਤ ਦਾ ਰਸਤਾ। ਹਾਂਜੀ, ਵੀ ਚੁਆਇਸ ਆਪਣੀ ਆ। ਪਰ ਇੱਥੇ ਪੜ੍ਹਨ ਨਾਲ ਤਾਂ ਐਵੇਂ ਪਤਾ ਲੱਗਦਾ ਜੀ ਆਪਣੀ ਚੁਆਇਸ ਵੀ ਕੋਈ ਨਹੀਂ, ਸਾਰਾ ਕੁਝ ਉਹ ਆਪ ਹੀ ਕਰਦਾ, ਆਪ ਹੀ ਕਰਨ ਕਰਾਵਣ ਹਾਰ ਆ। ਫਿਰ ਇਹ ਥੋੜਾ ਜਿਹਾ ਐਕਸਪਲੇਨ ਕਰੋ। ਹਾਂ, ਕਿਹੜੇ ਬੰਦ ਦੇ ਉੱਤੇ? ਤੀਸਰਾ ਬੰਦ? ਨਹੀਂ ਜੀ, ਮੈਂ ਤਾਂ ਵੈਸੇ ਹੀ ਗੱਲ ਕਰਦਾ ਵੀ ਆਪਾਂ ਹਮੇਸ਼ਾ ਸੰਗਤ ਦੇ ਵਿੱਚ ਕਹਿੰਦੇ ਆ ਵੀ ਇੱਕ ਲਿਵ ਦਾ ਰਸਤਾ, ਇੱਕ ਧਾਤ ਦਾ ਰਸਤਾ। ਬਿਲਕੁਲ ਸਹੀ ਗੱਲ ਆ। ਹਾਂਜੀ, ਪਰ ਆਪਾਂ ਕਹਿੰਦੇ ਚੁਆਇਸ ਆਪਣੀ ਆ ਵੀ ਆਪਾਂ ਲਿਵ ਤੇ ਚੱਲਣਾ ਜਾਂ ਧਾਤ ਵਾਲੇ ਰਸਤੇ ਤੇ ਚੱਲਣਾ। ਪਰ ਮੈਨੂੰ ਤਾਂ ਲੱਗ ਰਿਹਾ ਵੀ ਉਹਦੇ ਚ ਵੀ ਆਪਣੀ ਕੋਈ ਚੁਆਇਸ ਨਹੀਂ। ਚੁਆਇਸ ਕਰਨ ਕਰਾਵਣ ਜਦ ਪ੍ਰਮਾਤਮਾ ਆਪ ਹੀ ਕਰਦਾ, ਤਾਂ ਫਿਰ ਆਪਣੀ ਚੁਆਇਸ ਕਿਵੇਂ ਹੋ ਗਈ ਉਹਦੇ ਵਿੱਚ? ਆ ਦੇਖੋ ਆਖਰੀ ਬੰਦ ਲਓ। ਆਖਰੀ ਬੰਦ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਸਰਬ ਸੁਖਾ ਸੁਖ ਸਾਚਾ ਇਹੋ। ਇੱਥੇ ਦੇਖੋ ਕੀ ਕਹਿ ਰਹੇ, ਸਾਰੇ ਸੁੱਖ ਤੇ ਸੱਚ ਜਿਹੜਾ ਹੈਗਾ, ਸੱਚਾ ਸੁੱਖ ਜਿਹੜਾ ਹੈਗਾ ਆ ਹੈਗਾ ਕਿ ਗੁਰੂ ਉਪਦੇਸ਼ ਮਨੇ ਮੈਂ ਲਿਹੋ। ਆ ਲਓ, ਚੁਆਇਸ ਦੇਤੀ ਮਹਾਰਾਜ ਨੇ। ਗੁਰੂ ਦਾ ਉਪਦੇਸ਼ ਹੈਗਾ, ਮਨ ਦੇ ਵਿੱਚ ਲੈ ਜਾ ਭਾਈ। ਬਿਲਕੁਲ ਕਲੀਅਰ ਕੱਟ ਕਹਿ ਰਿਹਾ, ਗੁਰੂ ਉਪਦੇਸ਼ ਮਨੇ ਮੈਂ ਲਿਹੋ। ਇਹ ਆਪਣੇ ਉੱਤੇ ਚੁਆਇਸ ਰੱਖਤੀ ਮਾਲਕ ਪਰਮਾਤਮਾ ਨੇ। ਆਪਣੇ ਉੱਤੇ ਆ ਨਾ ਹੁਣ, ਆਪਣਾ ਮਨ ਦੇ ਵਿੱਚ ਲੈ ਜਾਈਏ ਕਿ ਨਾ ਲੈ ਜਾਈਏ। ਸਰਬ ਸੁਖਾ ਸੁਖ ਸਾਚਾ ਇਹੋ, ਗੁਰੂ ਉਪਦੇਸ਼ ਮਨੇ ਮੈਂ ਲਿਹੋ। ਜਾ ਕੋ ਰਾਮ ਨਾਮ ਲਿਵ ਲਾਗੀ, ਕਹੋ ਨਾਨਕ ਸੋ ਧਨ ਵਡ ਭਾਗੀ। ਕਹਿੰਦੇ ਜਿਹਨੇ ਲੈ ਲਿਆ, ਜਿਹਨੇ ਚੁਆਇਸ ਕਰ ਲਿਆ, ਜਿਹਨੇ ਚੁਆਇਸ ਕਰ ਲਿਆ ਉਹ ਲੱਗ ਗਿਆ ਇਸ ਪਾਸੇ, ਉਹਦੀ ਲਿਵ ਲੱਗ ਗਈ ਰਾਮ ਦੇ ਨਾਮ ਦੇ ਨਾਲ। ਉਹਨੇ ਇਹਨੂੰ ਜਿਹੜਾ ਹੈਗਾ, ਇਹਨੂੰ ਕੀਮਤੀ ਚੀਜ਼ ਸਮਝੀ। ਉਹਨੇ ਕਿਹਾ ਚੀਜ਼ ਮੈਂ ਕਰਨੀ ਆ। ਜਾਕੋ ਰਾਮ ਨਾਮ ਲਿਵ ਲਾਗੀ, ਕਹੋ ਨਾਨਕ ਸੋ ਧਨ ਵਡ ਭਾਗੀ। ਕਹਿੰਦੇ ਉਹ ਤਾਂ ਧਨਤਾ ਦਾ ਪਾਤਰ ਹੈਗਾ ਭਾਈ, ਜਿਹਨੇ ਸਹੀ ਚੁਆਇਸ ਕੀਤੀ ਆ। ਜਿਹੜਾ ਹੈ ਇੰਟੈਲੀਜੈਂਟ ਹੈਗਾ, ਉਹ ਵੱਡੇ ਭਾਗਾਂ ਵਾਲਾ ਹੈਗਾ ਉਹ। ਠੀਕ ਹੈ ਜੀ, ਠੀਕ ਹੈ ਜੀ। ਬਹੁਤ ਦੇਖੋ ਨੁਕਤਾ ਬਿਲਕੁਲ। ਉਹ ਤਾਂ ਨਹੀਂ ਤਾਂ ਫਿਰ ਆਪਾਂ ਜਿਹੜੇ ਹੈਗੇ ਨਾ, ਆਪਾਂ ਕਿਸੇ ਵੀ ਤਰੀਕੇ ਦੇ ਨਾਲ ਰਿਸਪੌਂਸੀਬਲ ਨਹੀਂ ਹੋ ਸਕਦੇ। ਜੇ ਮਾਲਕ ਪਰਮਾਤਮਾ ਹੀ ਕਰ ਰਿਹਾ ਸਾਰਾ ਕੁਝ, ਤੇ ਆਪਾਂ ਰਿਸਪੌਂਸੀਬਲ ਨਹੀਂ ਹੈਗੇ ਭਾਈ। ਜੇ ਚੁਆਇਸ ਤੋਂ ਗਿਆਨ ਲੈ ਕੇ ਲਿਵ ਵਾਲਾ ਰਸਤਾ ਅਸੀਂ ਚੁਣ ਲੈਣਾ, ਅੰਦਰ ਲਿਵ ਲਗਾਉਣ ਦੀ ਕੋਸ਼ਿਸ਼ ਕਰਨੀ ਹੈ। ਇਹਨੂੰ ਬੋਡੀ ਨੂੰ ਟਰਾਂਸਪੋਰਟ ਮੰਨਣਾ ਵੀ ਇਹ ਸਰੀਰ ਹੈ ਨਾ ਜਿਹੜਾ, ਇਹ ਮੇਰਾ ਸਾਧਨ ਹੈ ਇੱਕ, ਬਸ ਉਹਨੂੰ ਪ੍ਰਗਟ ਕਰਨ ਦਾ। ਮੈਂ ਤਾਂ ਨਾਲ ਹੀ ਹੈ ਤੁਹਾਡੇ। ਬਿਲਕੁਲ, ਕਿਉਂਕਿ ਦੋਨੋਂ ਪਾਸੇ ਜਿਹੜਾ ਹੈਗਾ, ਤਾਂ ਹੀ ਤਾਂ ਫਿਰ ਜਿਹੜਾ ਹੈਗਾ ਜੂਨਾਂ ਦੇ ਵਿੱਚ ਕਿਉਂ ਜਾ ਰਹੇ ਹਾਂ ਆਪਾਂ? ਕਿਉਂਕਿ ਬਸ ਆਪਣੀ ਚੁਆਇਸ ਹੈਗੀ। ਮਾਲਕ ਕਹਿੰਦਾ ਤੈਨੂੰ ਮੈਂ ਭੇਜ ਰਿਹਾ ਹਾਂ, ਤੇਰੀ ਚੁਆਇਸ ਹੈ, ਪ੍ਰਾਇਰਟੀ ਤੇਰੀ ਹੈਗੀ ਆ। ਬਸ ਮੈਂ ਤਾਂ ਜਿਹੜਾ ਹੈਗਾ, ਜੋ ਤੂੰ ਜਿੱਥੇ ਹੱਥ ਲਾਏਗਾ ਮੈਂ ਤੈਨੂੰ ਉਹ ਚੀਜ਼ ਦਊਂਗਾ। ਕਿਉਂਕਿ ਮੇਰੇ ਤੇਰੇ 'ਚ ਕੋਈ ਭੇਦ ਨਹੀਂ ਹੈ, ਤੈਨੂੰ ਪਤਾ ਨਹੀਂ ਹੈ, ਪਰ ਮੈਨੂੰ ਪਤਾ ਹੈਗਾ। ਬਸ ਆਪਾਂ ਜਿੱਥੇ ਹੱਥ ਲਾਉਂਦੇ ਹਾਂ ਭਾਈ, ਉਹੀ ਕੁਛ ਦੇ ਦਿੰਦਾ ਹੈ ਮਾਲਕ ਪਰਮਾਤਮਾ। ਇਸ ਕਰਕੇ ਗੁਰੂ ਦੀ ਮੱਤ ਲੈ ਕੇ ਭਾਈ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ ਸਮਝਦਾਰ ਹੋਈਏ, ਔਰ ਕੀਮਤੀ ਚੀਜ਼ ਫੜੀਏ ਭਾਈ।
ਇਹੀ ਬੇਨਤੀ ਹੈਗੀ, ਇਹੀ ਬਾਣੀ ਕਹਿ ਰਹੀ ਹੈ। ਅੱਜ ਦਾ ਇੱਥੇ ਹੀ ਆਪਾਂ ਸੰਕੋਚਦੇ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਵੀਂ ਆਈ ਸੰਗਤ ਜੀ, ਜੇ ਉਹਨਾਂ ਦੇ ਮਤਲਬ ਜਿਹੜੀ ਹੈਗੀ, ਹੁਣ ਅਸੀਂ ਜਿਹੜਾ ਹੈਗਾ ਜੋ ਬਾਣੀ ਹੁਣ ਆਪਾਂ ਨੇ ਜਿਹੜਾ ਹੈਗਾ ਗੁਰੂ ਦੀ ਮੱਤ ਲਈ ਆ, ਵਿਚਾਰ ਕੀਤਾ ਹੈ ਗੁਰਮਤ, ਅਤੇ ਹੁਣ ਪ੍ਰੈਕਟੀਕਲ ਕਰਨਾ ਹੈ ਜੀ। ਇਹ ਜੋ ਕਹਿ ਰਹੀ ਆ ਬਾਣੀ ਜਿਹੜੀ ਹੈਗੀ ਆ, ਆਪਾਂ ਨੇ ਉਹ ਕਿਉਂਕਿ ਪਰਮੇਸ਼ਰ ਦਾ ਨਾਮ ਹੈ, ਪਰਮੇਸ਼ਰ ਨੂੰ ਪੁਕਾਰ ਕਰਨੀ ਹੈ। ਜਿਵੇਂ ਜਿਹੜਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਰਾਮ ਪ੍ਰਕਾਸ਼ ਜੀ ਬੰਦ ਕਰ ਦੇਣਾ। ਹਾਂਜੀ, ਇਹ ਜਿਸ ਤਰ੍ਹਾਂ ਇੱਕ ਛੋਟਾ ਬੱਚਾ ਹੈਗਾ, ਹੁਣ ਬੱਚੀ ਬੋਲੀ ਹੈ, ਜਿਸ ਤਰ੍ਹਾਂ ਇਹ ਮਾਂ ਨੂੰ ਬੱਚੇ ਪੁਕਾਰ ਕਰਦੇ ਆ, ਉਸੇ ਤਰੀਕੇ ਦੇ ਨਾਲ ਆਪਾਂ ਉਹ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਮਾਲਕ ਨੂੰ ਪੁਕਾਰ ਕਰਨੀ ਹੈ। ਇਹੀ ਹੈਗਾ ਭਾਈ, ਇਹਨੂੰ ਕਹਿੰਦੇ ਆ, ਇਹਨੂੰ ਕਹਿੰਦੇ ਸਮਰਨ ਕਰਨਾ, ਮਾਲਕ ਨੂੰ ਯਾਦ ਕਰਨਾ। ਅਤੇ ਇਹਦੇ ਨਾਲ, ਕਿਉਂਕਿ ਇਹ ਆਪਾਂ ਜਿਹੜੇ ਹੈਗੇ ਦੁਨੀਆ ਦੇ ਵਿੱਚ, ਆਪਾਂ ਵਿਚਾਰਾਂ ਦੇ ਵਿੱਚ ਜਿਹੜੇ ਹੈਗੇ ਮਾਇਆ ਮੋਹ ਦੇ ਵਿੱਚ ਫਸੇ ਹੋਏ ਹਾਂ, ਅਤੇ ਆਪਾਂ ਅੱਖਾਂ ਬੰਦ ਕਰਕੇ ਆਪਣੇ ਅੰਦਰ ਜਿਹੜਾ ਹੈਗਾ ਜਦ ਮਾਲਕ ਨੂੰ ਪੁਕਾਰ ਕਰਦੇ ਹਾਂ, ਅਤੇ ਆਪਣੇ ਜਿਹੜੇ ਹੈਗੇ ਵਿਚਾਰਾਂ ਤੋਂ ਜਿਹੜੇ ਹੈਗੇ ਆਪਣੇ ਔਰ ਮਾਲਕ ਦੇ ਵਿੱਚ ਵਿਚਾਰ ਹੀ ਹੈ, ਆਪਣੀ ਆਤਮਾ ਔਰ ਆਪਣੇ ਵਿੱਚ ਵਿਚਾਲੇ ਜਿਹੜੀ ਹੈਗੀ ਰੁਕਾਵਟ, ਉਹ ਵਿਚਾਰ ਹੈਗੇ, ਉਹ ਵਿਚਾਰ ਸ਼ਾਂਤ ਕਰਨੇ ਆਪਾਂ ਨੇ। ਆਪਣਾ ਜਿਹੜਾ ਹੈਗਾ ਚਿੱਤ ਹੈਗਾ, ਪਟਲ ਜੋ ਹੈਗਾ, ਉਹ ਜਿਹੜਾ ਹੈਗਾ ਉਹਨੂੰ ਸਵਿਚ ਆਫ ਕਰਨਾ ਹੈ। ਔਰ ਇੱਕ ਵਾਰੀ ਜਦ ਵਾਹਿਗੁਰੂ ਬੋਲਦੇ ਆ, ਫਿਰ ਆਪ ਉਹ ਪਿਆਰ ਦੇ ਨਾਲ ਪੁਕਾਰ ਕਰਨੀ ਹੈ, ਫਿਰ ਚੁੱਪ ਹੋ ਜਾਣਾ ਹੈ, ਚੁੱਪ ਹੋ ਕੇ ਫਿਰ ਜਿਹੜਾ ਹੈਗਾ ਪੁਕਾਰ ਕਰਨੀ ਹੈ, ਫਿਰ ਚੁੱਪ ਹੋ ਜਾਣਾ। ਇਸ ਤਰ੍ਹਾਂ ਸ਼ੁਰੂ ਕਰਕੇ ਅਸੀਂ ਜਿਹੜਾ ਹੈਗਾ ਇਸ ਤਰ੍ਹਾਂ ਕੰਸਨਟ੍ਰੇਸ਼ਨ ਹੁੰਦੀ ਹੈ, ਔਰ ਆਖਰੀ ਦੇ ਵਿੱਚ ਫਿਰ ਜਿਹੜਾ ਹੈਗਾ ਆਪਾਂ ਬੈਠ ਜਾਣਾ ਹੈ, ਔਰ ਚੁੱਪ ਹੋ ਕੇ ਜਿਹੜਾ ਹੈਗਾ ਆਪਣੇ ਧਿਆਨ ਦੇ ਵਿੱਚ ਲੱਗ ਜਾਣਾ ਹੈ, ਔਰ ਦੇਖਣਾ ਹੈ ਆਪਣੇ ਅੰਦਰ ਜਿਹੜਾ ਹੈਗਾ, ਆਪਣੇ ਮਨ ਨੂੰ ਵਾਚ ਕਰਨਾ ਹੈ, ਚਿੱਤ ਨੂੰ ਦੇਖਣਾ ਹੈ, ਚਿੱਤ ਦੇ ਉੱਤੇ ਜਿਹੜੇ ਹੈਗੇ ਵਿਚਾਰ ਆ ਰਹੇ ਉਹਨਾਂ ਨੂੰ ਛੱਡੀ ਜਾਣਾ ਹੈ। ਬਸ ਇਹੀ ਹੈਗਾ ਧਿਆਨ ਸਿਮਰਨ। ਇਸੇ ਦੇ ਦੁਆਰਾ ਜਿਹੜਾ ਹੈਗਾ ਆਪਾਂ ਵਿਚਾਰ ਮੰਡਲ ਤੋਂ ਬਾਹਰ ਆ ਸਕਦੇ ਹਾਂ, ਔਰ ਫਿਰ ਸੁੰਨ ਮੰਡਲ ਦੀਆਂ ਜਿਹੜੀਆਂ ਹੈਗੀਆਂ ਅੱਗੇ ਇਸੇ ਦੇ ਨਾਲ ਉਹ ਧੁਨ ਪ੍ਰਗਟ ਹੋ ਜਾਣੀ ਆ। ਆਪਾਂ ਹੁਣ ਜਿਹੜੇ ਹੈਗੇ ਸ਼ਬਦ ਜਿਹੜਾ ਹੈਗਾ ਬੈਖਰੀ ਜਿਹੜਾ ਹੈਗਾ ਵਰਣਾਤਮਕ ਜੋ ਵੀ ਸ਼ਬਦ ਹੈਗਾ, ਵਾਹਿਗੁਰੂ, ਹਰੀਓਮ, ਅੱਲਾਹ, ਇਹਨੂੰ ਜਪਦੇ ਹਾਂ, ਫਿਰ ਇਹਦੀ ਲੋੜ ਨਹੀਂ ਪੈਣੀ। ਇਹ ਜਿਹੜਾ ਹੈਗਾ ਅੰਦਰ ਆਪਣੇ ਮਾਲਕ ਪਰਮਾਤਮਾ ਦੇ ਮੁਖ ਤੋਂ ਜਿਹੜੇ ਬੋਲ ਆ ਰਹੇ ਆ, ਉਹ ਸ਼ਬਦ ਪ੍ਰਗਟ ਹੋ ਜਾਣੇ ਆ। ਵਾਜੇ ਪੰਜ ਸ਼ਬਦ ਇਤ ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਇਸ ਤਰ੍ਹਾਂ ਇਹ ਜਿਹੜੇ ਹੈਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ, ਇਹ ਮਾਇਆ ਜਿਹੜੀ ਹੈਗੀ, ਇਹ ਵਿਚਾਰ ਜਿਹੜੇ ਹੈਗੇ ਇਹ ਵਸ ਦੇ ਵਿੱਚ ਆ ਜਾਂਦੇ ਆ। ਆਹੀ ਖੇਡ ਹੈਗੀ ਆ। ਵਾਹਿਗੁਰੂ
ਵਾਹਿਗੁਰੂ। ਵਾਹਿਗੁਰੂ।